गोलियां दे नाल विन्निया पिया दरवाजा है। आ निक्के निक्के जिहड़े तुसीं निशान देख पा रहे हो, ये सारे जिहड़े आ उस वेले गोलियां मारियां गईयां सी पुलिस दे वल्लों। कुछ सिंह इत्थे इस घर च रुके हुए सी तां ओह तां चले गए रोटी पानी खा के, पर इस परिवार ने जो कुछ सिया है वो बयान करते भी अखां दे विचों हंझू आउंदे ने। ਇੱਥੇ ਰੁੱਖ ਸੀ, ਉਹ ਰੁੱਖ ਪੱਟਿਆ ਗਿਆ ਸੀ ਤੇ ਉਹਦੀ ਜਿਹਦੇ ਨਾਲ ਮੇਰੀ ਮਾਤਾ ਨੂੰ ਫਾਹ ਦਿੱਤਾ ਸੀ, ਉਹ ਅਸੀਂ ਲੱਕੜ ਥੋੜੀ ਜਿਹੀ ਬਚਾ ਕੇ ਰੱਖੀ ਹੋਈ ਹੈ। ਮਾਤਾ ਜੀ ਨੂੰ ਫਾਹ ਦਿੱਤਾ ਗਿਆ ਸੀ? ਮੇਰੀ ਮਾਤਾ ਜਸਵਿੰਦਰ ਕੌਰ ਨੂੰ ਫਾਹ ਦਿੱਤਾ ਸੀ। ਜਦੋਂ ਉਹਦੀ ਲਾਸ਼ ਵੇਖੀ ਮੈਂ ਆਪਦੀ ਮਾਤਾ ਦੀ, ਤੇ ਉਹ ਘੁੰਡੀਆਂ ਕੁੜੀਆਂ ਆਈਆਂ ਸੀ, ਗਲ ਦੇ ਵਿੱਚ ਗਲ ਸੁੱਜਾ ਹੋਇਆ ਸੀ, ਤੇ ਜਿਹੜਾ ਉਹ ਕੱਦੂ ਕੱਚ ਮਾਰਿਆ ਉਹਦੇ ਵਿੱਚ ਮਾਸ ਫਸਿਆ ਹੋਇਆ ਸੀ। ਤੇ ਮੇਰੇ ਭਾਈ ਸਾਹਿਬ ਨੂੰ ਜੋ ਕਿਤੇ ਕੰਧ ਨਾਲ ਮਾਰਿਆ, ਉਹਦਾ ਸਿਰ ਪਾਟਾ ਆਇਆ ਸੀ, ਉਹ ਖੂਨ ਦਾ ਲਿਬੜਿਆ ਪਰਨਾ ਅਜੇ ਤੱਕ ਮੈਂ ਸਾਂਭ ਕੇ ਰੱਖਿਆ ਹੈ। ਆਪਦੇ ਭਰਾ ਦੀ ਪੱਗ ਰੱਖੀ ਹੋਈ ਹੈ ਜਿਹੜੀ। ताई जी भी फिर नाल ही? ताई जी भी नाल, ताए दी नूंह भी नाल, हाँ जी, ताया भी नाल। सारे मारते गए? हाँ जी, सारे मारते। लुक तत्ती कर करके हत्थां ते उन्हां दे होर शरीर ते पाउंदे रहे, डीजल तत्ता कर करके, जां की वो डीजल ना अग लाउंदे रहे, जां ਬੀਬਾ ਖੂਨ ਖੜਾ ਸੀ, 7 ਜੀਆਂ ਦਾ ਖੂਨ, ਗਿੱਠ ਗਿੱਠ ਖੂਨ। ਅਸੀਂ ਇੱਥੇ ਧਰੇਕ ਥੱਲੇ ਆਣ ਕੇ ਵੇਖਿਆ ਸੀ। ਦਿਮਾਗ ਦੇ ਇੰਨਾ ਜ਼ਿਆਦਾ ਬੋਝ ਪੈਂਦਾ ਵੀ ਮੈਂ ਆਹ ਗੱਲਾਂ ਤੁਹਾਨੂੰ ਦੱਸਾਂਗੀ ਤੇ ਮੇਰੇ ਤੋਂ 2-4 ਦਿਨ ਉੱਠਣਗੇ, ਇੰਨਾ ਜ਼ਿਆਦਾ ਮੇਰੇ ਤੋਂ। ਵੇਖੋ ਵੀ ਇੱਕ ਭਰਾਵਾਂ ਦਾ ਵਿਛੋੜਾ ਸਭ ਤੋਂ ਵੱਡੀ ਗੱਲ ਹੈ। ਫਿਰ ਸਾਡੇ ਪਰਿਵਾਰ ਦੀਆਂ ਸਾਰੀਆਂ ਸ਼ਮਸ਼ਾਨ ਘਾਟ ਲਾਸ਼ਾਂ ਲਗਾਏ ਸੀ, ਉੱਥੋਂ ਫਿਰ ਸਾਨੂੰ ਅੱਗੇ ਜਾ ਕੇ ਵੇਖਣ ਨਹੀਂ ਦਿੱਤੀਆਂ, ਲਾਸ਼ਾਂ ਨਹੀਂ ਵੇਖਣ ਦਿੱਤੀਆਂ। ਦੇ ਫਿਰ ਸੰਸਕਾਰ ਅਸੀਂ ਕਰਨਾ। ਚਲੋ ਪ੍ਰਸ਼ਾਦਾ ਤਾਂ ਅਸੀਂ ਛਕਾਉਂਦੇ ਸੀ, ਸਾਰਿਆਂ ਦੇ ਘਰਾਂ 'ਚੋਂ ਛਕਦੇ ਸੀ, ਤੇ ਪ੍ਰਸ਼ਾਦਾ ਛਕਣ ਦੀ ਸਜ਼ਾ ਮਿਲੀ ਸਾਨੂੰ। ਦੇਵਰਾਜ ਸ਼ਰਮਾ ਨੇ ਜਾ ਕੇ ਮੇਰੇ ਦਾਦੇ ਨੂੰ ਆਖਿਆ ਵੀ ਮੈਂ ਤੇਰਾ ਸਾਰਾ ਪਰਿਵਾਰ ਮਾਰਤਾ, ਕਿ ਤੁਸੀਂ ਵੀ ਖੜੇ ਹੋ ਜਾਓ। ਮੈਂ ਤੇ ਮੇਰਾ ਦਾਦਾ ਖੜੇ ਹੋ ਗਏ ਸੀ ਕਿ ਮਾਰਦੇ, ਫਿਰ ਸਾਨੂੰ ਮਾਰਦੇ। ਚੌੜਾ ਜਿਹੜਾ ਲੈਟਰ ਹੈ ਉਸ ਵੇਲੇ ਬਣਾਇਆ ਗਿਆ ਝੂਠੇ ਮੁਕਾਬਲੇ ਦਾ। ਕਹਿੰਦੇ ਕਿ 4 ਘੰਟੇ ਮੁਕਾਬਲਾ ਚੱਲਿਆ ਸੀ। ਉਹ ਪਰਿਵਾਰ ਜੋ ਬਿਲਕੁਲ ਨਿਹੱਥਾ ਸੀ, ਉਹ ਪਰਿਵਾਰ ਜਿਨ੍ਹਾਂ ਦੀਆਂ ਔਰਤਾਂ ਸਿਰ ਕੱਜ ਕੇ ਤਾਂ ਬਾਹਰ ਨਿਕਲਦੀਆਂ ਸੀ ਔਰ ਕਦੀ ਕੁਝ ਬੋਲਦੀਆਂ ਵੀ ਨਹੀਂ ਸੀ। ਹਰਿਮੰਦਰ ਸਾਹਿਬ 'ਤੇ ਜਦੋਂ ਅਟੈਕ ਹੋਇਆ, ਫਿਰ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇਹ ਆਈ ਵੀ ਸਾਡੇ ਗੁਰਧਾਮਾਂ 'ਤੇ ਹੀ ਇਹੋ ਜਿਹਾ ਹਮਲਾ ਕਰਤਾ ਸਰਕਾਰ ਨੇ, ਤੇ ਫਿਰ ਉਦੋਂ ਉਹ ਜਿਹੜਾ ਨੌਜਵਾਨਾਂ ਦਾ ਖੂਨ ਵਾਲਾ ਖਾਧਾ, ਉਹਨੇ ਫਿਰ ਹਥਿਆਰ ਚੁੱਕੀ। ਇਹ ਅੱਤਵਾਦ ਸਰਕਾਰ ਨੇ ਬਣਾਇਆ, ਅੱਤਵਾਦ ਕਿੱਥੋਂ ਬਣਿਆ? ਕਿੰਦਾ ਜੀ ਨਹੀਂ ਕਰਦਾ ਜਿਉਂ। ਜਿੰਨਾ ਸਾਡੇ ਪਰਿਵਾਰ 'ਤੇ ਅਤਿਆਚਾਰ ਹੋਇਆ, ਜੇ ਮੇਰਾ ਭਰਾ ਇੱਕ ਹੀ ਜਿਉਂਦਾ ਹੁੰਦਾ ਤਾਂ ਉਹ ਨਹੀਂ ਸੀ ਕਰ ਰਹਿ ਸਕਦਾ। ਕਿਵੇਂ ਰਹਿੰਦਾ ਕਰੇ? ਉਹ ਵੀ ਹਥਿਆਰ ਚੁੱਕਦਾ ਫਿਰ ਕੀ। सत श्री अकाल, तुसीं देख रहे हो प्रो पंजाब टीवी। मैं हाँ मनदीप कौर संधू। जून 84 ਦੇ ਜਦੋਂ ਪੰਨੇ ਫਰੋਲਦੇ ਆ ਤਾਂ ਬੜਾ ਕੁਝ ਨਜ਼ਰ ਆਉਂਦਾ ਹੈ। ਤਾਂ ਇਸੇ ਦੌਰਾਨ ਜੋ 84 ਤੋਂ ਬਾਅਦ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਜਿਵੇਂ ਜਿਵੇਂ ਅਸੀਂ ਉਸ ਪੱਤਰਕਾਰੀ ਕਰ ਰਹੇ ਹਾਂ ਤਾਂ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ, ਕਿਉਂਕਿ ਅੱਜ ਮੈਂ ਕੈਸੇ ਪਰਿਵਾਰ ਦੇ ਨਾਲ ਤੁਹਾਨੂੰ ਮਿਲਾਉਣ ਆਈ ਹਾਂ। ਉਸ ਪਰਿਵਾਰ ਦੇ ਉੱਪਰ ਇੰਨਾ ਕਹਿਰ ਢਾਇਆ ਗਿਆ ਪੁਲਿਸ ਦੇ ਵੱਲੋਂ ਕਿ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਘਰ ਦਿਖਾਵਾਂਗੇ, घर दी नाल तस्वीर दिखाते चलांगे। ये पिंड हैगा जी किली बोतला पिंड है, जिथे पुलिस ने
ਅੰਨ੍ਹੇਵਾਹ ਗੋਲੀਆਂ ਚਲਾਈਆਂ, ਅੰਨ੍ਹੇਵਾਹ ਫਾਇਰਿੰਗ ਕੀਤੀ ਸੀ ਔਰ ਬੰਬ ਤੱਕ ਇਸ ਘਰ ਤੇ ਚੱਲੇ ਸੀ। ਇੰਨਾ ਪਰਿਵਾਰ ਤੇ ਤਸ਼ੱਦਦ ਢਾਇਆ ਗਿਆ। ਅੱਜ ਵੀ ਉਹਨਾਂ ਨੇ ਇਹ ਘਰ ਨੂੰ ਉਸੇ ਤਰ੍ਹਾਂ ਰੱਖਿਆ ਹੋਇਆ। ਇਹ ਘਰ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦਾ ਹੈ। ਮੈਂ ਨਾਲ ਪਹਿਲਾਂ ਤੁਹਾਨੂੰ ਹਾਲੇ ਅੰਦਰ ਐਂਟਰ ਕਰ ਰਿਹਾ, ਉਸੇ ਵੇਲੇ ਗੋਲੀਆਂ ਦੇ ਨਿਸ਼ਾਨ ਨੇ, ਜਦੋਂ ਬਹੁਤ ਸਾਰੀਆਂ ਜਿਹੜੀਆਂ ਗੋਲੀਆਂ ਚੱਲਦੀਆਂ ਨੇ। ਇਹ ਦਰਵਾਜ਼ੇ ਤੇ ਪਰਿਵਾਰ ਨੇ ਅੱਜ ਕੱਲੀ ਕੱਲੀ ਚੀਜ਼ ਸਾਂਭੀ ਹੈ। ਪਰਿਵਾਰ ਚੋਂ ਬਚਿਆ ਕੌਣ? ਸਿਰਫ ਉਸ ਵੇਲੇ ਇੱਕ 18 ਸਾਲ ਦੀ ਬੱਚੀ ਜੋ ਆਪਣੇ ਦਾਦੇ ਨਾਲ ਕਿਤੇ ਬਾਹਰ ਗਈ ਹੋਈ ਸੀ, ਉਹ ਬਚਦੀ ਹੈ। ਤਾਂ ਇੱਕ ਪਾਸੇ ਤੁਸੀਂ ਐਂਟਰ ਹੁੰਨੇ ਆ, ਦੂਜਾ ਦਰਵਾਜ਼ਾ ਵੀ ਦਿਖਾ ਦਿੰਨੇ ਆ, ਗੋਲੀਆਂ ਦੇ ਨਾਲ ਵਿੰਨਿਆ ਪਿਆ ਦਰਵਾਜ਼ਾ ਹੈ। ਆ ਨਿੱਕੇ ਨਿੱਕੇ ਜਿਹੜੇ ਤੁਸੀਂ ਨਿਸ਼ਾਨ ਦੇਖ ਪਾ ਰਹੇ ਹੋ, ਇਹ ਸਾਰੇ ਜਿਹੜੇ ਆ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਸੀ ਪੁਲਿਸ ਦੇ ਵੱਲੋਂ ਤੇ ਵਿੰਨ ਦਿੱਤੇ ਗਿਆ ਸੀ। ਕਸੂਰ ਪਰਿਵਾਰ ਦਾ ਕੀ ਸੀ? ਕਿਉਂਕਿ ਇੱਥੇ ਜਿਹੜੇ ਉਸ ਟਾਈਮ ਤੇ ਕਿਹਾ ਜਾਂਦਾ ਖਾੜਕੂਵਾਦ ਦਾ ਦੌਰ ਹੋ ਗਿਆ ਸੀ 84 ਤੋਂ ਬਾਅਦ। ਬੜੇ ਸਿੰਘ ਜਿਹੜੇ ਸੀ ਉਹ ਰੋਸ ਵੀ ਕਰਦੇ ਸੀ ਕਿ ਇਹ ਕੀ ਹੋਇਆ। ਤਾਂ ਕੁਝ ਸਿੰਘ ਇੱਥੇ ਇਸ ਘਰ 'ਚ ਰੁਕੇ ਹੋਏ ਸੀ ਤਾਂ ਉਹ ਤਾਂ ਚਲੇ ਗਏ ਰੋਟੀ ਪਾਣੀ ਖਾ ਕੇ, ਪਰ ਇਸ ਪਰਿਵਾਰ ਨੇ ਜੋ ਕੁਝ ਸਿਆ ਹੈ ਉਹ ਬਿਆਨ ਕਰਦੇ ਵੀ ਅੱਖਾਂ ਦੇ ਵਿੱਚੋਂ ਹੰਝੂ ਆਉਂਦੇ ਨੇ। ਕਿਉਂਕਿ ਅਸੀਂ ਤੁਹਾਨੂੰ ਜਦੋਂ ਘਰ ਦਿਖਾਵਾਂਗੇ ਅੱਜ ਉਹ ਵੀ ਇਸ ਪਰਿਵਾਰ ਨੇ ਉਵੇਂ ਦਾ ਘਰ ਸਾਂਭਿਆ, ਉਵੇਂ। ਤੁਸੀਂ ਹੁਣ ਅੰਦਰ ਮੇਰੇ ਨਾਲ ਚੱਲੋਗੇ, ਅਸੀਂ ਅੰਦਰ ਤੁਹਾਨੂੰ ਉਸੇ ਤਰ੍ਹਾਂ ਗੋਲੀਆਂ ਦੇ ਨਿਸ਼ਾਨ ਦਿਖਾਵਾਂਗੇ, ਕਿਸ ਤਰੀਕੇ ਦੇ ਨਾਲ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਸੀ। ਆਹ ਜਿਹੜੇ ਨਿਸ਼ਾਨ ਤੁਸੀਂ ਦੇਖ ਪਾ ਰਹੇ ਹੋ, ਉਸ ਵੇਲੇ ਜਿਹੜੀਆਂ ਇਹ ਗੋਲੀਆਂ ਦੇ ਨਿਸ਼ਾਨ ਸੀ, ਜੋ ਕਿ ਇਸ ਪਰਿਵਾਰ ਤੇ ਇੰਨਾ ਤਸ਼ੱਦਦ ਢਾਇਆ ਗਿਆ, ਸੰਗਲਾਂ ਦੇ ਨਾਲ ਘਰ ਦੀਆਂ ਔਰਤਾਂ ਨੂੰ ਬੰਨ੍ਹਿਆ ਗਿਆ। ਪਰਿਵਾਰ ਵਾਲੇ ਦੱਸਦੇ ਸੀ ਕਿ ਗਰਮ ਲੁੱਕ ਪਾਈ ਗਈ ਸੀ, ਇੱਥੇ ਲੁੱਕ ਜਿਹੜੀ ਤਿਆਰ ਕੀਤੀ ਜਾਂਦੀ ਸੀ ਗਰਮ, ਇਹ ਅੱਜ ਵੀ ਉਹ ਲੁੱਕ ਆ ਉਵੇਂ ਰੱਖੀ ਹੋਈ। ਇਹਨਾਂ ਨੇ ਸਾਫ਼ ਨਹੀਂ ਕੀਤੀ ਹੈਗੀ, ਉਹ ਨਿਸ਼ਾਨ ਤੱਕ ਸਾਫ਼ ਨਹੀਂ ਹੈ। ਔਰ ਇੱਥੇ ਗਰਮ ਕਰਕੇ ਲੋਕ ਘਰ ਦੀਆਂ ਔਰਤਾਂ ਤੇ ਪਾਈਆਂ ਗਈਆਂ ਸੀ। ਔਰ ਜੇ ਅੱਗੇ ਅਸੀਂ ਕਮਰੇ 'ਚ ਚੱਲਦੇ ਹਾਂ, ਹਾਲਾਂਕਿ ਕਿੰਨੇ ਸਾਲ ਹੋ ਗਿਆ, 1991 ਦੇ ਦੌਰ ਦੀ ਗੱਲ ਹੈ। 1991 ਦੇ ਵਿੱਚ ਇਹ ਸਭ ਕੁਝ ਹੁੰਦਾ ਹੈ। ਆਹ ਦੇਖੋ, ਇਹਨਾਂ ਨੇ ਮਾਰਕ ਕੀਤੇ ਹੋਏ ਨੇ ਗੋਲੀਆਂ ਦੇ ਨਿਸ਼ਾਨ। ਜਦੋਂ ਗੋਲੀਆਂ ਜਿਵੇਂ ਜਿਵੇਂ ਵੱਜਦੀਆਂ ਨੇ, ਪਰਿਵਾਰ ਨੇ ਕੱਲੀ ਕੱਲੀ ਉਸ ਯਾਦ ਨੂੰ ਸਾਂਭਿਆ ਹੈ ਕਿ ਸਾਡੇ ਤੇ ਇੰਨਾ ਕਹਿਰ ਜਦੋਂ ਪੁਲਿਸ ਨੇ ਢਾਇਆ ਸੀ। ਬੇਕਸੂਰ ਪਰਿਵਾਰ ਸੀ, ਹੱਸਦਾ ਵਸਦਾ ਪਰਿਵਾਰ ਸਾਰਾ ਉਸ ਟਾਈਮ ਤੇ ਉਜੜ ਗਿਆ। ਜਿਹੜਾ ਪਰਿਵਾਰ ਇਕੱਠੇ ਬਹਿ ਕੇ ਸ਼ਾਮ ਨੂੰ ਰੋਟੀ ਖਾਂਦਾ ਸੀ ਔਰ ਉਸ ਪਰਿਵਾਰ ਤੇ ਇਸ ਤਰੀਕੇ ਦੇ ਨਾਲ ਹਮਲਾ ਹੁੰਦਾ ਹੈ, ਉਸ ਵੇਲੇ ਪੁਲਿਸ ਇਸ ਟਾਈਮ ਤੇ ਜਿਹੜਾ ਤਸ਼ੱਦਦ ਢਾਉਂਦੀ ਹੈ। ਤਾਂ ਉਹਨਾਂ ਦੇ ਵਿੱਚੋਂ ਜਿਹੜੀ ਬੱਚੀ ਬਚਦੀ ਹੈ, ਜਸਬੀਰ ਕੌਰ, ਉਸ ਜਸਬੀਰ ਕੌਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਸਵੀਰਾਂ ਤੁਸੀਂ ਦੇਖ ਲਈਆਂ, ਨਾਲ ਨਾਲ ਹੋਰ ਵੀ ਦਿਖਾਉਂਦੇ ਜਾਵਾਂਗੇ। ਇਹ 3 ਕਮਰੇ ਬਣੇ ਹੋਏ ਸੀ। ਇੱਕ ਘਰ ਉੱਧਰ ਹੈ ਜਿੱਥੇ ਮੁੰਡਾ ਇਹਨਾਂ ਦਾ ਜਿਹੜਾ ਸੀ ਮਾਰਿਆ ਗਿਆ ਸੀ। ਛੋਟੇ ਛੋਟੇ ਬੱਚੇ ਉਸ ਟਾਈਮ ਤੇ ਸਕੂਲੋਂ ਆਏ ਸੀਗੇ। ਮਾਤਾ ਜੀ ਵੀ ਨੇ, ਅੰਕਲ ਜੀ ਵੀ ਨੇ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਇੱਥੇ ਮਾਤਾ ਜੀ ਬੈਠੇ ਹੋਏ ਨੇ, ਪਹਿਲਾਂ ਮਾਤਾ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ, ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਮਾਤਾ ਜੀ, ਜਦੋਂ ਮੈਂ ਐਂਟਰ ਹੋਈ ਇਸ ਘਰ ਦੇ ਵਿੱਚ, ਅੱਖਾਂ 'ਚ ਹੰਝੂ ਆ ਗਿਆ। ਤਸਵੀਰਾਂ ਦੇਖੀਆਂ ਨਹੀਂ ਜਾਂਦੀਆਂ ਗੀਆਂ, ਪਰ ਤੁਸੀਂ ਤਾਂ ਸੀਨੇ ਦੇ ਵਿੱਚ ਕਿੰਨੇ ਸਾਲਾਂ ਦਾ ਦਰਦ ਸਾਂਭੀ ਬੈਠੇ ਹੋ। ਹਾਂਜੀ, ਬਹੁਤ ਦੁਖਦਾਈ ਘਟਨਾ ਹੈ ਜਿਹੜੀ ਸਾਡੇ ਨਾਲ ਵਾਪਰੀ ਹੈ। ਦੱਸਣ ਲੱਗਿਆ ਵੀ ਮਨ ਭਰਦਾ, ਕਿਉਂਕਿ ਜਦੋਂ ਮੈਨੂੰ ਉਹਨਾਂ ਨੇ ਦੱਸਿਆ ਸੀ ਇਹਨਾਂ ਦੇ ਪਤੀ ਨੇ, ਉਦੋਂ ਮਨ ਇੰਨਾ ਉਦਾਸ ਹੋ ਗਿਆ ਕਿ ਸਾਰਾ ਪਰਿਵਾਰ ਕਿਸ ਤਰੀਕੇ ਦੇ ਨਾਲ ਬੇਕਸੂਰ ਪਰਿਵਾਰ ਸੀ ਜਿਹਦੇ ਉੱਪਰ ਇੰਨੀਆਂ ਗੋਲੀਆਂ ਚਲਾਈਆਂ ਗਈਆਂ। ਤਾਂ ਮਾਤਾ ਜੀ, ਮੈਂ ਤੁਹਾਡੀ ਜ਼ੁਬਾਨੀ ਉਹ ਪੂਰੀ ਕਹਾਣੀ ਸੁਣਨਾ ਚਾਹੁੰਦੀ ਹਾਂ। ਕਿਸ ਤਰੀਕੇ ਨਾਲ ਤੁਸੀਂ ਕਿੱਥੇ ਸੀ ਉਸ ਟਾਈਮ ਤੇ, ਤੁਸੀਂ ਕਿਵੇਂ ਬਚਦੇ ਹੋ, ਤੁਹਾਡਾ ਪਰਿਵਾਰ ਕਿਵੇਂ ਖਤਮ ਕੀਤਾ ਜਾਂਦਾ ਹੈ? ਹਾਂਜੀ, ਅਸੀਂ 7/10/91 ਨੂੰ ਮੈਂ ਤੇ ਮੇਰਾ ਦਾਦਾ ਜੀ ਅਸੀਂ ਨਾਨਕਸਰ ਗਏ ਹੋਏ ਸੀ ਤੇ ਅਸੀਂ ਉਸ ਦਿਨ ਨਾਨਕਸਰ ਤੋਂ ਵਾਪਸ ਘਰੇ ਆ ਗਏ ਸੀ। ਘਰ ਤੋਂ ਥੋੜ੍ਹੀ ਦੂਰ ਹੀ ਕੋਈ 3 ਕਿੱਲੇ ਦਾ ਫਾਸਲਾ ਸੀ। ਜਦੋਂ ਅਸੀਂ ਘਰ ਤੋਂ ਦੂਰ ਰਹਿ ਗਏ ਤੇ ਅਸੀਂ ਘਰ ਨੂੰ ਪੁਲਿਸ ਭੱਜੀ ਆਉਂਦੀ ਵੇਖੀ, ਘੇਰਾ ਪਿਆ, ਪੁਲਿਸ ਹੋਰ ਖੜੀ ਵੇਖੀ ਤੇ ਅਸੀਂ ਪਿੱਛੇ ਰੁਕ ਗਏ। 3 ਕਿੱਲੇ ਘਰ ਤੋਂ ਦੂਰ ਇੱਕ ਕੱਚਾ ਮਕਾਨ ਸੀ, ਉਹਦੇ ਨਾਲ ਖਲੋ ਗਏ ਤੇ ਜਦੋਂ ਅਸੀਂ ਵੇਖਿਆ ਤੇ ਫਿਰ ਕੋਈ ਸੇਵਾਦਾਰ ਆਏ ਹੋਏ ਸੀ ਤੇ ਸਾਡੇ ਪਿੰਡ ਦੇ ਮੁੰਡੇ ਨਾਲ ਸੇਵਾ ਕਰਾਉਂਦੇ ਸੀ ਉਹਨਾਂ ਦੇ, ਤੇ ਅਸੀਂ ਪੁਲਿਸ ਵਾਲਿਆਂ ਨੂੰ ਪਿੱਛੇ ਉਹਨਾਂ ਨੂੰ ਬਾਹੀਂ ਖਲੀਆਂ ਕਰਕੇ ਤੇ ਪਿੱਛੇ ਵਾਪਸ ਘਰ ਨੂੰ ਲੈ ਕੇ ਆਉਂਦਿਆਂ ਨੂੰ ਵੇਖਿਆ। ਜਦੋਂ ਘਰ ਦੇ ਅਜੀਤ ਸਿੰਘ ਦੇ, ਮੇਰੇ ਤਾਇਆ ਜੀ ਦੇ ਘਰੇ ਆਏ ਬੂਹੇ ਗੇਟ ਦੇ ਮੂਹਰੇ, ਉਹ ਸਾਡੇ ਪਿੰਡ ਦੇ ਮੁੰਡੇ ਨੂੰ ਆਂਦੇ ਵੀ ਗੇਟ ਦੀ ਬਾਰੀ ਲਵਾ ਦੇ। ਉਹ ਜਿਹੜਾ ਮੁੰਡਾ ਸੀ ਉਹ ਗੇਟ ਦੀ ਉਹ ਬੁਰਜੀ ਦੇ ਉਹਲੇ ਹੋ ਗਿਆ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਗੇਟ ਨੂੰ ਸਾਹਮਣੇ ਸੀ। ਉਹਨਾਂ ਦੇ ਦਿਮਾਗ 'ਚ ਜਾਂ ਤਾਂ ਇਹ ਸੀ ਵੀ ਇਹ ਜਿਹੜੇ ਸੇਵਾਦਾਰ ਉਹਨਾਂ ਨੇ ਖਾੜਕੂ ਸਮਝਿਆ ਸੀ ਵੀ ਇਹ ਖਾੜਕੂ ਨੇ,
ਤੇ ਉਹਨਾਂ ਨੇ ਜਦੋਂ ਬਾਰੀ ਲਾਈ ਏ ਤੇ ਉਹ ਮੁੰਡੇ ਨੇ ਬਾਰੀ ਲਾਤੀ, ਆ ਬੁਰਜੀ ਦੇ ਓਲੇ ਹੋ ਗਿਆ। ਉਹ ਖਾੜਕੂ ਅੰਦਰ ਖੜੇ ਹੋਏ ਸੀ, ਉਹਨਾਂ ਨੇ ਇੱਕਦਮ ਗੋਲੀ ਚਲਾਈ ਏ ਤੇ ਉਹ ਜਿਹੜੇ ਪੁਲਿਸ ਵਾਲੇ ਸੀ, ਬਲਕਾਰ ਸਿੰਘ ਇੰਸਪੈਕਟਰ ਸੀ ਤੇ ਜਰਨੈਲ ਸਿੰਘ ਸੀ ਥਾਣੇਦਾਰ, ਉਹ ਮੌਕੇ ਤੇ ਮਾਰੇ ਗਏ ਗੇਟ ਦੇ ਅੱਗੇ। ਤੇ ਜਿਹੜੇ ਖਾੜਕੂ ਸੀ ਉਹ ਸਾਈਡ ਵਾਲੀ ਕੰਧ ਟੱਪ ਗਏ 3 ਜਣੇ। ਜਿਹੜਾ ਇੱਕ ਉਹਨਾਂ ਦੇ ਵਿੱਚੋਂ ਖਾੜਕੂ ਸੀ ਉਹ ਪੁਲਿਸ ਦੇ ਹਥਿਆਰ ਲਾ ਕੇ ਤੇ ਉਹ ਚਲਾ ਗਿਆ, ਉਹਦੇ ਮਗਰ ਤਾਂ ਪੁਲਿਸ ਲੱਗੀ ਨਹੀਂ ਗੀ ਵੀ। ਅਸੀਂ ਆਪਦੇ ਵੇਖਿਆ ਤੇ ਉਹ ਕੰਧਾਂ ਦੇ ਨਾਲ ਪੁਲਿਸ ਵਾਲੇ ਪਾਸੇ ਹੋ ਗਏ, ਉਹਨੂੰ ਰਸਤਾ ਦੇ ਦਿੱਤਾ, ਉਹ ਘਰ ਤੋਂ ਚਲਾ ਗਿਆ ਹੈ। ਉਸ ਤੋਂ ਪਿੱਛੋਂ ਫਿਰ ਜਦੋਂ ਆਏ ਨੇ ਘਰ ਦੇ ਵਿੱਚ, ਬਾਅਦ ਦੇ ਵਿੱਚ ਵੱਡੇ ਮੁਲਾਜ਼ਮ ਵੀ ਖਬਰ ਹੋ ਗਈ ਉਹਨਾਂ ਨੂੰ ਵੀ ਇਸ ਤਰ੍ਹਾਂ ਪੁਲਿਸ ਮਾਰੀ ਗਈ ਏ, ਵੱਡੇ ਮੁਲਾਜ਼ਮ ਮਾਰੇ ਗਏ ਨੇ। ਫਿਰ ਸਤੀਸ਼ ਕੌਸ਼ਲ ਆਇਆ SSP, ਫਿਰ ਦੇਵਰਾਜ ਸ਼ਰਮਾ ਆਇਆ। ਜਦੋਂ ਮੌਕੇ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਫਿਰ ਘਰ ਨੂੰ ਘੇਰਾ ਪਾ ਕੇ, ਫਿਰ ਤਾਂ ਜੋ ਫਿਰੋਜ਼ਪੁਰ ਦਾ ਚੌਂਕੀ ਥਾਣਾ ਸੀ ਸਾਰਿਆਂ ਦੀ ਪੁਲਿਸ ਇੱਥੇ ਆਈ ਏ, ਪੰਜਾਬ ਪੁਲਿਸ ਵੀ, ਫਿਰ BSF ਵੀ, ਫਿਰ ਆਪਣੇ ਉਦੋਂ ਮਿਲਟਰੀ ਲੱਗੀ ਹੋਈ ਸੀ ਤੇ ਉਹ ਮਿਲਟਰੀ ਆ ਗਈ ਏ। ਫਿਰ ਤਾਂ ਘਰ ਦੇ ਆਲੇ ਦੁਆਲੇ ਫਿਰ ਉਹਨਾਂ ਨੇ ਬੰਦੇ ਨਾਲ ਬੰਦਾ ਖਿਲਾਰਤਾ। ਫਿਰ ਇਸ ਪਰਿਵਾਰ ਦੇ ਮੈਂਬਰ ਸੀ ਜਿਹੜੇ ਇੱਧਰ ਮੇਰੇ ਬਾਪ ਦੇ ਘਰੇ ਦਲਬੀਰ ਸਿੰਘ ਦੇ ਘਰੇ ਲੈ ਗਏ ਨੇ, ਉੱਥੇ ਇੱਕ ਕਮਰੇ ਦੇ ਵਿੱਚ ਬੰਦ ਕਰਤਾ ਲਿਜਾ ਕੇ ਸਾਰਿਆਂ ਨੂੰ। ਫਿਰ ਉਹ ਵੱਡੇ ਅਫਸਰਾਂ ਨੇ ਕੱਢ ਕੇ, ਤੇ ਮੇਰਾ ਤਾਇਆ ਜੀ ਨਹੀਂ ਸੀ ਉਹਨਾਂ ਦੇ ਵਿੱਚ ਆਏ, ਮੈਂ ਜਦੋਂ ਵੇਖੇ ਨੇ, ਤੇ ਮੇਰੇ ਦੋਵੇਂ ਭਾਈ ਸਾਹਿਬ ਤੇ ਇੱਕ ਮੇਰਾ ਭਰਾ ਖੇਤੀਬਾੜੀ ਕਰਦਾ ਸੀ, ਇੱਕ ਪੜ੍ਹ ਕੇ ਆਇਆ ਸੀ ਬਹਿ ਗੁਜਰਾਂ ਤੋਂ। ਤੇ ਉਹ ਜਦੋਂ ਪੜ੍ਹ ਕੇ ਆਇਆ ਤੇ ਉਹ ਘਰੇ ਰੋਟੀ ਖਾਂਦਾ ਸੀ ਪਿਆ, ਉਹਨੂੰ ਅੰਦਰ ਉੱਥੇ ਹੀ ਘੇਰ ਲਿਆ ਨੇ, ਉੱਥੇ ਉਹਨਾਂ ਨੂੰ ਤਾੜ ਕੇ ਤੇ ਕੁੱਟਮਾਰ ਕਰਨ ਲੱਗ ਪਏ। ਫਿਰ ਮੇਰੇ ਭਰਾਵਾਂ ਨੂੰ ਤੇ ਮੇਰੀ ਮਾਤਾ ਉਹਨਾਂ ਨੂੰ ਬਾਹਰ ਲੈ ਗਏ, 4 ਜਣੀਆਂ ਨੂੰ, 4 ਜਨਾਨੀਆਂ ਤੇ ਦੋਵੇਂ ਮੇਰੇ ਭਾਈ ਸਾਹਿਬ ਬਾਹਰ ਲਿਜਾ ਕੇ ਪੈਲੀ 'ਚ ਬਾਹ ਛੱਡੇ ਨੇ। ਤੇ ਉਸ ਤੋਂ ਪਿੱਛੋਂ ਅਸੀਂ ਫਿਰ ਜਦੋਂ ਇੱਥੇ ਨਾਲ ਦਾ ਹੀ ਘਰ ਹੈ, ਮੇਰੇ ਦਾਦੇ ਦੇ ਭਤੀਜੇ ਦਾ ਘਰ ਹੈ, ਫਿਰ ਸਾਨੂੰ ਉਹ ਉਹਨਾਂ ਦੀ ਜਨਾਨੀ ਇੱਕ ਗਈ ਹੈ ਤੇ ਉਹ ਜਾ ਕੇ ਫਿਰ ਸਾਨੂੰ ਆਪਦੇ ਘਰੇ ਲੈ ਆਈਏ। ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਵੇਖਿਆ ਵੀ ਘਰ ਨੂੰ ਲੈ ਕੇ ਆਉਂਦੇ, ਮੇਰੇ 2 ਭਰਾਵਾਂ ਨੂੰ ਘਰ ਨੂੰ ਲੈ ਕੇ ਆਉਂਦੇ ਨੇ, ਤੇ ਮੇਰੀ ਮਾਤਾ ਹੁਣੀ ਉੱਠ ਕੇ ਤੇ ਰੋਣ ਲੱਗ ਪਈਆਂ ਨੇ ਤੇ ਉਹਨਾਂ ਨੂੰ ਕੁੱਟ ਕੇ ਘਰ ਨੂੰ ਲਈ ਆਉਂਦੇ ਨੇ। ਫਿਰ ਉਹ ਦੇਵਰਾਜ ਸ਼ਰਮਾ ਨੇ ਆਖਿਆ ਉਹਨੇ ਵੀ ਲਿਜਾ ਕੇ ਤੇ ਇਹਨਾਂ ਨੂੰ ਵੀ ਗਾਲਾਂ ਕੱਢਦਾ ਤੇ ਆਂਦਾ ਵੀ ਇਹਨਾਂ ਨੂੰ ਘਰੇ ਲਿਜਾ ਕੇ ਤੇ ਇਹਨਾਂ ਨੂੰ ਵੀ ਗੋਲੀ ਮਾਰ ਦਿਓ। ਫਿਰ 5 ਵਜੇ ਘੇਰਾ ਪਿਆ ਹੈ ਤੇ 5 ਵਜੇ ਤੋਂ ਬਾਅਦ ਫਿਰ ਇੱਥੇ ਉਹਨਾਂ 'ਤੇ ਲੁੱਕ ਤੱਤੀ ਕਰ ਕਰਕੇ ਹੱਥਾਂ 'ਤੇ ਉਹਨਾਂ ਦੇ ਹੋਰ ਸਰੀਰ 'ਤੇ ਪਾਉਂਦੇ ਰਹੇ, ਡੀਜ਼ਲ ਤੱਤਾ ਕਰ ਕਰਕੇ, ਜਾਂ ਕੀ ਉਹ ਡੀਜ਼ਲ ਨਾਲ ਅੱਗ ਲਾਉਂਦੇ ਰਹੇ ਜਾਂ ਕਿਸ ਤਰ੍ਹਾਂ ਕਰਦੇ ਰਹੇ। ਫਿਰ ਆ ਕੱਦੂ ਕੱਛ ਜਿਹੜੀ ਹੁੰਦੀ ਏ ਜਿਹਦੇ ਨਾਲ ਆਪਾਂ ਕੱਦੂ ਕੱਛ ਕਰਨੇ ਆ, ਉਹ ਕੱਦੂ ਕੱਛ ਪਿੰਡੇ 'ਤੇ ਮਾਰ ਮਾਰ ਕੇ ਤੇ ਫਿਰ ਉੱਤੇ ਲੁੱਕ ਪਾਉਂਦੇ ਰਹੇ। ਫਿਰ ਕੁੱਟਮਾਰ ਤਾਂ ਇੰਨੀ ਕੀਤੀ ਸੀ ਬੀਬਾ ਵੀ ਦੱਸਿਆ ਨਹੀਂ ਜਾਂਦਾ, ਇੰਨਾ ਸਰੀਰ ਦੀ ਉਹਨਾਂ ਦੇ ਕੋਈ ਅੰਗ ਨਹੀਂ ਸੀ ਛੱਡਿਆ ਜਿਹੜਾ ਉਹਨਾਂ ਨਹੀਂ ਸੀ ਭੰਨਿਆ ਤੋੜਿਆ। ਮੇਰੇ 2 ਭਰਾਵਾਂ ਦਾ ਵੀ, ਤੇ ਇੱਕ ਤੇ 315 ਬੋਰ ਦੀ ਰਫਲ ਪਾਤੀ ਏ। ਮੇਰੇ ਭਰਾਵਾਂ ਨੂੰ ਬਣਾਤਾ ਵੀ ਅਣਪਛਾਤੇ ਅੱਤਵਾਦੀ ਨੇ, ਜੋ ਕਿ ਸਾਰੇ ਨਗਰ ਜਾਂ ਪਾਸੇ ਵਾਲੇ ਇਸ ਗੱਲ ਦੇ ਸਬੂਤ ਦਿੰਦੇ ਨੇ ਵੀ ਇਹ ਤਾਂ ਸਾਡਾ, ਚਲੋ ਪ੍ਰਸ਼ਾਦਾ ਤਾਂ ਅਸੀਂ ਛਕਾਉਂਦੇ ਸੀ, ਸਾਰਿਆਂ ਦੇ ਘਰਾਂ 'ਚੋਂ ਛਕਦੇ ਸੀ, ਤੇ ਪ੍ਰਸ਼ਾਦਾ ਛਕਣ ਦੀ ਸਜ਼ਾ ਮਿਲੀ ਸਾਨੂੰ। ਤੇ ਮੇਰੇ ਭਰਾ ਤੇ ਇੱਕ ਤੇ 32 ਬੋਰ ਦਾ ਪਿਸਤੌਲ ਪਾਤਾ ਹੈ, ਇੱਕ ਤੇ 15 ਬੋਰ ਦੀ ਰਫਲ ਪਾਤੀ ਹੈ, ਤੇ ਉਹਨਾਂ ਨੂੰ ਅਣਪਛਾਤੇ ਅੱਤਵਾਦੀ ਬਣਾਤਾ ਹੈ। ਇੱਕ ਨਿਸ਼ਾਨ ਸਿੰਘ ਮਹੂ ਦੀ ਪਾਰਟੀ ਦਾ ਸੀ, ਜੋਗਿੰਦਰ ਸਿੰਘ ਨਿੱਕੂ, ਉਹ ਮਾਰਿਆ ਗਿਆ ਸੀ, ਘਰ ਤੋਂ ਬਾਹਰ ਜਾ ਕੇ ਮਾਰਿਆ ਗਿਆ। ਤੇ ਆ ਕੋਠਿਆਂ ਤੇ ਬੰਬ ਸੁੱਟਦੇ ਰਹੇ ਨੇ। ਤੇ 5 ਵਜੇ ਤੋਂ ਲੈ ਕੇ ਬੀਬਾ 7:15 ਵਜੇ ਤੱਕ ਉਹਨਾਂ ਨੇ ਅਤਿਆਚਾਰ ਸਾਡੇ ਪਰਿਵਾਰ ਤੇ ਕੀਤਾ। ਸ਼ਾਮ ਵੇਲੇ ਦੀ ਗੱਲ ਹੈ, ਸ਼ਾਮ ਵੇਲੇ ਦੀ, ਸ਼ਾਮ 5 ਵਜੇ ਘੇਰਾ ਪਿਆ ਤੇ 5 ਵਜੇ ਤੋਂ ਲੈ ਕੇ 7:15 ਵਜੇ ਤੱਕ ਉਹਨਾਂ ਨੇ ਸਾਡੇ ਪਰਿਵਾਰ ਤੇ ਅਤਿਆਚਾਰ ਕੀਤਾ ਹੈ। ਵੀ ਇੰਨਾ ਅਤਿਆਚਾਰ ਵੀ ਮੀਰ ਮਨੂ ਤੇ ਜਗਰੀਆ ਖਾਨ ਦੇ ਵੀ ਜਿਹੜੇ ਸੀ ਉਸ ਟਾਈਮ ਦੇ ਅਤਿਆਚਾਰ ਨੂੰ ਉਹਨਾਂ ਨੇ ਮਾਤ ਪਾਤਾ ਸੀ। ਮੁਗਲ ਜਿਹੜੇ ਸੀ ਨਾ ਉਹ ਵੀ ਆਂਦੇ ਵੀ ਜਨਾਨੀ ਤੇ ਜਾਂ ਬਿਰਧ ਔਰਤ ਤੇ ਜਾਂ ਬੱਚੇ ਤੇ ਵਾਰ ਨਹੀਂ ਸੀ ਕਰਦੇ, ਇਹਨਾਂ ਨੇ ਤਾਂ ਉਹ ਵੀ ਨਹੀਂ ਗਾ ਬਖਸ਼ਿਆ। ਮੇਰੀ 90 ਸਾਲ ਦੀ ਦਾਦੀ ਤੇ 1.5 ਸਾਲ ਦਾ ਮੇਰੇ ਤਾਏ ਦਾ ਪੋਤਾ, ਉੱਥੋਂ ਤੱਕ ਨਹੀਂ ਬਖਸ਼ਿਆ। ਉਹਦੇ ਮੱਥੇ 'ਚ ਗੋਲੀ ਵੱਜੀ ਹੋਈ ਏ ਤੇ ਉਹ ਬਚ ਗਿਆ ਸੀ ਉਂਝ, ਤੇ ਬਹੁਤ ਅਤਿਆਚਾਰ ਕੀਤਾ। ਇੱਕ 3 ਸਾਲ ਦੀ ਬੱਚੀ ਬਚੀ ਸੀ ਮੇਰੇ ਤਾਏ ਦੀ ਪੋਤਰੀ, ਤੇ ਇੱਕ ਪੋਤਰਾ ਜਿਹਨੂੰ ਉਹਦੀ ਉਸ ਟਾਈਮ ਤੇ ਗੋਲੀ ਵੱਜੀ ਸੀ ਮੇਰੇ ਤਾਏ ਦੇ ਪੋਤਰੇ ਨੂੰ, ਤੇ ਉਹ ਹੁਣ ਇਸ ਟਾਈਮ ਤੇ ਅਮਰੀਕਾ 'ਚ। ਤੇ ਉਹ ਕਿਸੇ ਨੇ ਰਹਿਮ ਕੀਤੀ ਤੇ ਬਚ ਗਿਆ, ਫਰੀਦਕੋਟ ਦਾਖਲ ਕਰਾਤਾ ਲਿਜਾ ਕੇ। ਤੇ ਜਿਹੜੀ ਉਹ ਤਾਏ ਦੀ ਪੋਤੀ ਸੀ ਉਹ ਸਾਨੂੰ ਮਹੂ ਥਾਣੇ ਦਿੱਤੀ ਲਿਜਾ ਕੇ। ਅਗਲੇ ਦਿਨ ਦੂਜਾ 7 ਤਰੀਕ ਨੂੰ ਇਹਨਾਂ ਨੇ 10 ਨੂੰ ਮਾਰੇ ਆ ਸਾਡਾ ਪਰਿਵਾਰ, ਤੇ ਅਗਲੇ ਦਿਨ ਜਾ ਕੇ ਸਾਨੂੰ ਮੈਨੂੰ ਤੇ ਮੇਰੇ ਦਾਦੇ ਨੂੰ ਉਹ ਕੁੰਦਨ ਸਿੰਘ ਦੀ ਹਵੇਲੀ ਤੋਂ ਫੜ ਲਿਆ। ਪਰ ਪੁਲਿਸ ਨੇ ਤੁਹਾਨੂੰ ਵੀ ਫੜਿਆ ਸੀ? ਹਾਂ, ਸਾਨੂੰ ਫੜ ਲਿਆ।
ਉੱਥੇ ਜਦੋਂ ਗਏ ਉਹਨਾਂ ਨੇ ਆਖਿਆ ਵੀ ਉਹ ਬਜ਼ੁਰਗ ਤੇ ਜਿਹੜੀ ਕੁੜੀ ਹੈ ਵੀ ਉਹ ਜਿਹੜੇ ਉਹ ਨਾਨਕਸਰੋਂ ਆਏ ਨੇ ਉਹ ਕਿਹੜੇ ਨੇ। ਫਿਰ ਅਸੀਂ ਸਾਈਡ ਤੇ ਹੋ ਗਏ, ਅਸੀਂ ਆਖਿਆ ਵੀ ਅਸੀਂ ਆ। ਉੱਥੇ ਫਿਰ ਵੱਡੇ ਅਫਸਰ ਜਾਂਦੇ ਰਹੇ ਨੇ ਤੇ ਦੇਵਰਾਜ ਸ਼ਰਮਾ ਨੇ ਜਾ ਕੇ ਮੇਰੇ ਦਾਦੇ ਨੂੰ ਆਖਿਆ ਵੀ ਮੈਂ ਤੇਰਾ ਸਾਰਾ ਪਰਿਵਾਰ ਮਾਰਤਾ ਤੇ ਤੁਸੀਂ ਵੀ ਖੜੇ ਹੋ ਜਾਓ। ਮੈਂ ਤੇ ਮੇਰਾ ਦਾਦਾ ਖੜੇ ਹੋ ਗਏ, ਅਸੀਂ ਆ ਵੀ ਮਾਰਦੇ ਫਿਰ ਸਾਨੂੰ ਵੀ ਮਾਰ ਦਿਓ। ਤੇ ਉਸ ਤੋਂ ਬਾਅਦ ਮਾਰਿਆ ਤਾਂ ਵੀ ਕੀ ਮਾੜਾ ਚੰਗਾ ਤਾਂ ਬਹੁਤ ਬੋਲਦਾ ਰਿਹਾ ਤੇ ਸਾਨੂੰ ਮਹੂ ਥਾਣੇ ਲੈ ਗਏ। ਮਹੂ ਥਾਣਿਓਂ ਫਿਰ ਸਾਨੂੰ ਉਹਦੀ ਤਾਏ ਦੀ ਪੋਤਰੀ ਦਿੱਤੀ ਏ ਤੇ ਉੱਥੋਂ ਸਾਨੂੰ ਲੈ ਗਏ ਜੀਰੇ। ਜੀਰੇ ਫਿਰ ਸਾਡੇ ਪਰਿਵਾਰ ਦੀਆਂ ਸਾਰੀਆਂ ਸ਼ਮਸ਼ਾਨ ਘਾਟ ਲਾਸ਼ਾਂ ਲਗਾਏ ਸੀ। ਉੱਥੋਂ ਫਿਰ ਸਾਨੂੰ ਅੱਗੇ ਜਾ ਕੇ ਵੇਖਣ ਨਹੀਂ ਦਿੱਤੀਆਂ, ਲਾਸ਼ਾਂ ਨਹੀਂ ਵੇਖਣ ਦਿੱਤੀਆਂ। ਦੇ ਫਿਰ ਸੰਸਕਾਰ ਅਸੀਂ ਕਰਨਾ। ਉਦੋਂ ਇਹਨਾਂ ਦੀਆਂ ਕੋਈ ਲਵਾਰਸ ਲਾਸ਼ਾਂ ਦੀਆਂ ਦੂਜਾ ਸੰਸਕਾਰ ਕਰਦੇ ਸੀ, ਇਹਨਾਂ ਦੀਆਂ ਕਮੇਟੀਆਂ ਬਣੀਆਂ ਹੋਈਆਂ ਸੀ ਤੇ ਉਹਨਾਂ ਨੇ ਫਿਰ ਜਾ ਕੇ ਤੇ ਜਦੋਂ ਸੰਸਕਾਰ ਫਿਰ ਸਾਡੇ ਪਿੰਡ ਦੇ ਸਰਪੰਚ ਨੇ ਆਖਿਆ ਵੀ ਸੰਸਕਾਰ ਅਸੀਂ ਪਿੰਡ ਲੈ ਕੇ ਲਾਸ਼ਾਂ ਜਾਵਾਂਗੇ ਵੀ ਅਸੀਂ ਸੰਸਕਾਰ ਨਹੀਂ ਇੱਥੇ ਕਰਨ ਦੇਣਾ। ਫਿਰ ਉੱਥੋਂ ਸਾਨੂੰ ਲਾਸ਼ਾਂ ਦੇ ਦਿੱਤੀਆਂ ਨੇ 2 ਵਜੇ ਤੇ ਫਿਰ ਅਸੀਂ ਇੱਥੇ 4 ਵਜੇ 3 ਵਜੇ ਘਰੇ ਆ ਗਏ ਹਾਂ। ਜਦੋਂ ਅਸੀਂ ਘਰ ਆਏ ਹਾਂ ਤੇ ਸਾਡੇ ਕੁਛ ਮਿੰਟ ਬਾਅਦ ਪਹਿਲਾਂ ਸਾਡੇ ਤੋਂ ਪੁਲਿਸ ਇੱਥੋਂ ਘਰ ਤੋਂ ਗਈ ਹੋਈ। ਕੋਈ ਇੱਕ ਪਿੰਡ ਦਾ ਨਹੀਂ ਇੱਥੇ ਆਉਣ ਦਿੱਤਾ ਜੀ ਉਹਨਾਂ ਨੇ। ਤੇ ਫਿਰ ਜਦੋਂ ਅਸੀਂ ਇੱਥੇ ਘਰ ਆ ਗਏ ਪੁਲਿਸ ਇੱਥੋਂ ਚਲੀ ਗਈ ਹੈ। ਫਿਰ ਅਸੀਂ ਜਦੋਂ ਸੰਸਕਾਰ ਕਰਨ ਲੱਗੇ ਹਾਂ ਫਿਰ ਪੁਲਿਸ ਆ ਗਈ ਹੈ। ਸ਼ਾਮਾਂ ਵੇਲੇ ਉਦੋਂ ਹੀ ਸੰਸਕਾਰ ਕਰਤਾ ਸੀ ਤੇ ਪੁਲਿਸ ਆ ਗਈ ਹੈ। ਫਿਰ ਅਸੀਂ ਸੰਸਕਾਰ ਕਰ ਦਿੱਤਾ ਹੈ। ਫਿਰ ਤਾਂ ਸਾਨੂੰ 2 ਸਾਲ ਬੀਬਾ ਇੰਨਾ ਤੰਗ ਕੀਤਾ ਪੁਲਿਸ ਨੇ ਵੀ ਕੋਈ ਹਿਸਾਬ ਨਹੀਂ। ਸੁਬਾਹ ਸ਼ਾਮ ਜਿਹੜੇ ਅਸੀਂ ਮੈਂਬਰ ਇੱਥੇ ਰਹਿੰਦੇ ਉਹਨਾਂ ਦੇ ਨਾਂ ਲਿਖੇ ਹੋਏ ਬਕਾਇਦਾ ਤੇ ਉਹਨਾਂ ਨੂੰ ਆਣ ਕੇ ਵੇਖਦੇ ਸੀ ਵੀ ਇਹ ਜਿਹੜੇ ਜੀ ਨੇ ਵੀ ਉਹ ਕੋਈ ਹੋਰ ਤਾਂ ਨਹੀਂ ਇਹਨਾਂ ਦੇ ਵਿੱਚ ਆਇਆ। ਜਿਹੜਾ ਤੁਹਾਡਾ ਸਾਰਾ ਪਰਿਵਾਰ ਹੀ ਹੈ ਨਾ ਮਾਰ ਦਿੱਤਾ, ਕੁਛ ਜੀ ਬਚੇ ਵਿੱਚੋਂ। ਤੇ ਮਤਲਬ ਕਿ ਉਸ ਟਾਈਮ ਤੇ ਪਹਿਲਾ ਮਾਨਸਿਕ ਤਸ਼ੱਦਦ ਤੁਸੀਂ ਇੰਨਾ ਸਿਆ, ਉਤੋਂ ਪਰਿਵਾਰ ਖਤਮ ਹੋਇਆ, ਤੁਸੀਂ ਲੁੱਕ ਕੇ ਵੀ ਅੱਖਾਂ ਚੋਂ ਹੰਝੂ ਵੀ ਸੁੱਕ ਗਏ ਹੋਣੇ ਉਸ ਵੇਲੇ। ਹਾਂਜੀ ਹਾਂਜੀ। ਹੁਣ ਤਾਂ ਬੀਬਾ ਦਿਮਾਗ ਦੇ ਇੰਨਾ ਜ਼ਿਆਦਾ ਬੋਝ ਪੈਂਦਾ ਵੀ ਮੈਂ ਆ ਗੱਲਾਂ ਤੁਹਾਨੂੰ ਦੱਸਾਂਗੀ ਤੇ ਮੇਰੇ ਤੋਂ 2-4 ਦਿਨ ਉੱਠਿਆ ਨਹੀਂ ਜਾਂਦਾ, ਇੰਨਾ ਜ਼ਿਆਦਾ ਮੇਰੇ ਤੋਂ। ਇੱਕ ਤੁਸੀਂ ਵੇਖੋ ਵੀ ਇੱਕ ਭਰਾਵਾਂ ਦਾ ਵਿਛੋੜਾ ਸਭ ਤੋਂ ਵੱਡੀ ਗੱਲ ਹੈ। ਇਹ ਵੀ ਕਿਹਾ ਸੀ, ਕਿਸੇ ਨੇ ਦੱਸਿਆ ਸੀ, ਕਹਿੰਦੇ ਕਿ ਇੱਥੇ ਰੁੱਖ ਸੀ ਜਦੋਂ ਉਹਨਾਂ ਤੇ। ਹਾਂਜੀ ਆ ਇੱਥੇ ਰੁੱਖ ਸੀ, ਉਹ ਰੁੱਖ ਪੱਟਿਆ ਗਿਆ ਸੀ ਤੇ ਉਹਦੀ ਜਿਹਦੇ ਨਾਲ ਮੇਰੀ ਮਾਤਾ ਨੂੰ ਫਾਹ ਦਿੱਤਾ ਸੀ ਉਹ ਅਸੀਂ ਲੱਕੜ ਥੋੜੀ ਜਿਹੀ ਬਚਾ ਕੇ ਰੱਖੀ ਹੋਈ ਹੈ। ਮਾਤਾ ਜੀ ਨੂੰ ਫਾਹ ਦਿੱਤਾ ਗਿਆ ਸੀ? ਮੇਰੀ ਮਾਤਾ ਜਸਵਿੰਦਰ ਕੌਰ ਨੂੰ ਫਾਹ ਦਿੱਤਾ ਸੀ ਤੇ ਉਹਦੇ ਗਲ ਦੇ ਵਿੱਚ ਉਸ ਟਾਈਮ ਦੇ ਆ ਕੁੰਡੀਆਂ ਖੁੱਬੀਆਂ ਹੋਈਆਂ ਸੀ ਤੇ ਮੇਰੇ ਭਾਈ ਸਾਹਿਬ ਨੂੰ ਜੋ ਕਿਤੇ ਕੰਧ ਨਾਲ ਮਾਰਿਆ ਉਹਦਾ ਸਿਰ ਪਾਟਾ ਆਇਆ ਸੀ। ਉਹ ਖੂਨ ਦਾ ਲਿਬੜਿਆ ਪਰਨਾ ਅਜੇ ਤੱਕ ਮੈਂ ਸਾਂਭ ਕੇ ਰੱਖਿਆ ਆ। ਆਪਦੇ ਭਰਾ ਦੀ ਪੱਗ ਰੱਖੀ ਹੋਈ ਹੈ ਜਿਹੜੀ ਅਤਿਆਚਾਰ ਉਸ ਵੇਲੇ ਇੰਨਾ ਕੀਤਾ ਗਿਆ ਕਿ ਜਦੋਂ ਵੀ ਜਿਸ ਪਰਿਵਾਰ ਨਾਲ ਵੀ ਜਾ ਕੇ ਮਿਲਦੇ ਆ ਦਰਦ ਸੁਣਿਆ ਨਹੀਂ ਜਾਂਦਾ ਕਿ ਉਸ ਵੇਲੇ ਪੁਲਿਸ ਇੰਨਾ ਅਤਿਆਚਾਰ ਕਰਦੀ ਸੀ, ਇੰਨਾ ਅਤਿਆਚਾਰ ਕਿ ਅੱਜ ਸੁਣ ਕੇ ਰੋਂਗਟੇ ਖੜੇ ਹੁੰਦੇ ਕਿ ਕਿਸੇ ਦੇ ਅੰਦਰ ਦਿਲ ਨਹੀਂ ਸੀ ਜਾਂ ਜ਼ਮੀਰ ਮਰ ਗਏ ਸੀ ਕਿ ਬੇਕਸੂਰ ਪਰਿਵਾਰਾਂ ਨੂੰ ਵੀ ਜਾਂ ਤਾਂ ਹੋਵੇ ਨਾ ਕਿ ਕਸੂਰ ਉਹਨਾਂ ਦਾ ਜ਼ੁਰਮ ਕੋਈ ਵੱਡਾ ਸਾਹਮਣੇ ਆਇਆ ਹੋਵੇ ਤਾਂ ਫਿਰ ਤਾਂ ਅਸੀਂ ਮੰਨਦੇ ਹਾਂ ਕਿ ਠੀਕ ਹੈ, ਇਹ ਹੱਕਦਾਰ ਸੀ ਸਜ਼ਾ ਦੇ। ਪਰ ਜਿਹੜੀਆਂ ਔਰਤਾਂ ਨੇ ਤਾਂ ਘਰ ਤੋਂ ਬਾਹਰ ਉਦੋਂ ਜਨਾਨੀਆਂ ਪੈਰ ਵੀ ਨਹੀਂ ਪੁੱਟਦੀਆਂ ਹੁੰਦੀਆਂ ਸੀ, ਸਿਰ ਤੇ ਚੁੰਨੀ ਤੱਕ ਰੱਖਦੀਆਂ ਹੁੰਦੀਆਂ ਸੀ ਉਹ ਜਨਾਨੀਆਂ। ਉਹਨਾਂ ਪਰਿਵਾਰਾਂ ਤੇ ਜਿਹੜਾ ਤੇ ਦੇਖੋ ਲੁੱਕ ਤੱਕ ਪਾਈ ਗਈ। ਇੱਥੇ ਉਸ ਮਾਂ ਦਾ ਕੀ ਕਸੂਰ ਸੀ ਜਿਹਨੇ ਫਾਹ ਦਿੱਤਾ ਗਿਆ ਕੁੰਡੀਆਂ ਪਾ ਕੇ। ਤੇ ਜਦੋਂ ਕਹਿੰਦੇ ਕਿ ਤੁਸੀਂ ਸੰਗਲ ਵੀ ਸਾਂਭ ਕੇ ਰੱਖਿਆ ਵਾਲਾ? ਹਾਂਜੀ ਸੰਗਲ ਵੀ ਸਾਂਭ। ਸੰਗਲ ਨਾਲ ਕੀ ਕੀਤਾ ਸੀ ਇਹਨਾਂ ਨੇ? ਸੰਗਲ ਨਾਲ ਮੇਰੀ ਮਾਤਾ ਨੂੰ ਫਾਹ ਦਿੱਤਾ ਸੀ। ਅੱਛਾ। ਵੀ ਉਹ ਉਸ ਟਾਈਮ ਤੇ ਸੀ ਜਦੋਂ ਉਹਦੀ ਲਾਸ਼ ਵੇਖੀ ਮੈਂ ਆਪਦੀ ਮਾਤਾ ਦੀ ਤੇ ਉਹ ਕੁੰਡੀਆਂ ਖੁੱਬੀਆਂ ਹੋਈਆਂ ਸੀ, ਗਲ ਦੇ ਵਿੱਚ ਗਲ ਸੁੱਜਾ ਹੋਇਆ ਸੀ ਤੇ ਜਿਹੜਾ ਉਹ ਕੱਦੂ ਕੱਛ ਮਾਰਿਆ ਉਹਦੇ ਵਿੱਚ ਮਾਸ ਫਸਿਆ ਹੋਇਆ ਸੀ। ਇਹ ਦੇਖੋ ਇੰਨੀ ਜ਼ਾਲਮ ਪੁਲਿਸ ਵੀ ਹੋ ਸਕਦੀ ਹੈ, ਕੱਦੂ ਕਸ਼ ਦੇ ਨਾਲ ਜਿਸਮ ਖਰੋਚ ਦਿੱਤਾ ਹੋਵੇ। ਐਡਾ ਵੀ ਕੀ ਕਸੂਰ ਕੀਤਾ ਸੀ ਪਰਿਵਾਰ ਨੇ ਕਿ ਪੁਲਿਸ ਨੇ ਉਹਨਾਂ ਨੂੰ ਇਹ ਸਜ਼ਾ ਦਿੱਤੀ ਕਿ ਤੁਸੀਂ ਖਾੜਕੂਆਂ ਨੂੰ ਘਰ ਦੇ ਵਿੱਚ ਪਨਾਹ ਦਿੱਤੀ ਹੈ। ਜੇ ਉਸ ਵੇਲੇ ਕੋਈ ਰੋਟੀ ਨਹੀਂ ਦਿੰਦਾ ਸੀ ਤਾਂ ਉਹ ਮਾਰਦੇ ਸੀ, ਕਹਿੰਦੇ ਕਿ ਜੇ ਅਸੀਂ ਦਿੰਦੇ ਸੀ ਤਾਂ ਪੁਲਿਸ ਮਾਰਦੀ ਸੀ। ਇਹ ਮੈਂ ਬਹੁਤ ਲੋਕਾਂ ਦੇ ਮੂੰਹ ਸੁਣ ਕੇ ਗਈ ਕਿ ਸੱਚ ਹੈ? ਹਾਂਜੀ ਸੱਚ ਹੈ। ਜੇ ਉਹਨਾਂ ਨੂੰ ਕੋਈ ਰੋਟੀ ਨਹੀਂ ਸੀ ਦਿੰਦਾ ਤੇ ਉਹ ਮਾਰ ਦਿੰਦੇ ਸੀ ਪਰਿਵਾਰਾਂ ਦੇ ਪਰਿਵਾਰ, ਤੇ ਜੇ ਉਹਨਾਂ ਨੂੰ ਕੋਈ ਪਨਾਹ ਦਿੰਦਾ ਸੀ ਤੇ ਪੁਲਿਸ ਮਾਰ ਦਿੰਦੀ ਸੀ।
ਜੇ ਮਾਰਦੀ ਨਹੀਂ ਸੀ ਤੇ ਮਰਿਆਂ ਨਾਲੋਂ ਭੈੜੇ ਹਾਲਤ ਕਰ ਦਿੰਦੀ ਸੀ ਵੀ ਕੁੱਟ-ਕੁੱਟ ਕੇ। ਇਹੋ ਜਿਹੇ ਕਈ ਸਾਡੇ ਪਿੰਡ ਦੇ ਵਿੱਚ ਹੀ ਕਈ ਇਹੋ ਜਿਹੇ ਸੀ ਪਰਿਵਾਰ ਨੇ ਵੀ ਜਿਨ੍ਹਾਂ ਨੂੰ ਪੁਲਿਸ ਨੇ ਇੰਨਾ ਅਤਿਆਚਾਰ ਕੀਤਾ ਸੀ ਤੇ ਉਹ ਬਾਅਦ ਦੇ ਵਿੱਚ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਵੀ ਉਹਨਾਂ ਨੂੰ ਕੈਂਸਰ ਹੋ ਗਿਆ ਜਾਂ ਉਹਨਾਂ ਦੇ ਨਾਲ ਕੋਈ ਇਹੋ ਜਿਹੀ, ਉਹ ਬਾਅਦ ਦੇ ਵਿੱਚ ਥੋੜ੍ਹੇ ਜਿਹੇ ਬਾਅਦ ਦੇ ਵਿੱਚ ਚਿਰ 'ਚ ਬਾਅਦ 'ਚ ਮਾਰੇ ਗਏ। ਆਪ ਹੀ ਮੌਤ ਹੋ ਗਈ ਉਹਨਾਂ ਦੀ। ਪੁਲਿਸ ਵਾਲਿਆਂ ਨੇ ਨਾ ਜਿਹੜੇ ਆਮ ਸਾਡੇ ਪਿੰਡ ਦੇ ਵਿੱਚ ਬੰਦੇ ਸੀ ਕਈ, ਤੇ ਕਈਆਂ ਨੂੰ ਪੁਲਿਸ ਨੇ ਕੁੱਟਮਾਰ ਕੀਤੀ, ਉਹਨਾਂ ਦੀ ਬਾਅਦ ਦੇ ਵਿੱਚ ਮੌਤ ਹੋਈ। ਇੱਥੇ ਇੱਕ ਪਰਿਵਾਰ ਹੈ, ਉਹਨਾਂ ਨੇ ਕਿਸੇ ਖਾੜਕੂ ਦੇ ਪਰਿਵਾਰ ਦੇ ਮੱਝ ਬੱਧੀ ਸੀ ਘਰੇ, ਤੇ ਉਹਨਾਂ ਨੂੰ ਪਿਓ ਪੁੱਤਾਂ ਨੂੰ ਕੁੱਟਿਆ ਤੇ ਉਹਨਾਂ ਨੂੰ ਦੋ ਪਿਓ ਪੁੱਤਾਂ ਨੂੰ ਵਿਚਾਰਿਆਂ ਨੂੰ ਕੈਂਸਰ ਹੋ ਗਿਆ। ਕੋਈ ਇਹੋ ਜਿਹੀਆਂ ਅੰਦਰ ਕੋਈ ਗੁੱਝੀਆਂ ਸੱਟਾਂ ਹੋਣਗੀਆਂ ਜਿਹੜੀਆਂ ਉਸ ਪਰਿਵਾਰ ਨੂੰ ਪਿਓ ਪੁੱਤਾਂ ਨੂੰ ਕੁੱਟਿਆ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਐਵੇਂ। ਫਿਰ ਤੁਸੀਂ ਹੁਣ ਇਸ ਟਾਈਮ ਤੇ ਪਰਿਵਾਰ 'ਚ ਕੌਣ ਕੌਣ ਹੈ? ਉਸ ਟਾਈਮ ਤੇ ਫਿਰ ਤੁਹਾਡੇ ਦਾਦਾ ਜੀ ਬਚਦੇ, ਤੁਸੀਂ ਹੁੰਨੇ ਹੋ, ਹੋਰ ਕੌਣ? ਦਾਦਾ ਜੀ, ਮੇਰਾ ਬਾਪ ਦਲਬੀਰ ਸਿੰਘ ਤੇ ਮੈਂ, ਅਸੀਂ ਉਸ ਹਾਂਜੀ 3 ਜਣੇ ਬੱਚੇ ਸੀ। ਤੇ ਇਧਰੋਂ ਮੇਰੇ ਤਾਏ ਦਾ ਪਰਿਵਾਰ ਚੋਂ ਹਾਂਜੀ। ਤੁਹਾਡੀ ਤਾਈ ਜੀ ਵੀ ਫਿਰ ਨਾਲ ਹੀ? ਹਾਂ, ਤਾਈ ਜੀ ਵੀ ਨਾਲ, ਤਾਏ ਦੀ ਨੂੰਹ ਵੀ ਨਾਲ, ਹਾਂਜੀ ਤਾਇਆ ਵੀ ਨਾਲ। ਇਹ ਸਾਰੇ ਮਾਰਤੇ ਗਏ? ਹਾਂਜੀ, ਸਾਰੇ ਮਾਰਤੇ ਗਏ। ਤੇ ਤੁਸੀਂ ਮੈਨੂੰ ਉਧਰ ਲੈ ਕੇ ਚੱਲੋਗੇ ਦੂਜੇ ਘਰੇ, ਤੁਸੀਂ ਜਿੱਥੇ ਤੁਸੀਂ ਕਿਹਾ ਪੱਗ ਰੱਖੀ ਹੋਈ ਵੀਰੇ ਦੀ? ਸੋ ਅਸੀਂ ਚੱਲਾਂਗੇ ਤੇ ਇੱਕ ਵਾਰ ਫਿਰ ਤੋਂ ਦੱਸਣਾ ਚਾਹਾਂਗੇ, ਅੱਜ ਅਸੀਂ ਉੱਥੇ ਹੀ ਬੈਠੇ ਹੋਏ ਸੀਗੇ। ਇਸੇ ਕਿਹਾ ਜਾਂਦਾ ਕਿ ਉਦੋਂ ਰੁੱਖ ਇੱਕ ਇੱਥੇ ਜਿਹੜੇ ਹੁਣ ਰੁੱਖ ਛੋਟੇ ਇਹ ਤਾਂ ਹੋਰ ਨੇ, ਪਰ ਇੱਥੇ ਹੀ ਰੁੱਖ ਹੋਇਆ ਕਰਦੇ ਸੀ ਜਿੱਥੇ ਮਾਤਾ ਜੀ ਦੀ ਮਾਤਾ ਨੂੰ ਜਿਹੜਾ ਸੀ ਫਾਹ ਦਿੱਤਾ ਸੀ। ਕਹਿੰਦੇ ਅੱਜ ਆਹ ਜਿਹੜੀ ਲੱਕੜ ਇਹਨਾਂ ਨੇ ਆ ਮੁੱਢ ਜਿਹੜਾ ਨਾ ਇਹ ਸਾਂਭਿਆ ਹੋਇਆ ਹੈ। ਇਸੇ ਮੁੱਢ ਤੇ ਲਾਸ਼ਾਂ ਜਿਹੜੀਆਂ ਸੀ ਜਨਾਨੀਆਂ ਦੀਆਂ ਲਟਕਾਤੀਆਂ ਸੀ। ਤਾਏ ਦੀ ਨੂੰਹ ਸੀ, ਤਾਈ ਸੀ, ਮਾਤਾ ਸੀ, ਦਾਦੀ ਸੀ, ਸਾਰਿਆਂ ਨੂੰ ਜਿਹੜਾ ਉਸ ਟਾਈਮ ਤੇ ਉਹਨਾਂ ਨੇ ਮਾਰ ਮੁਕਾਇਆ ਸੀ। ਉਸ ਵੇਲੇ ਦੀ ਪੁਲਿਸ ਜਿਹੜੀ ਸੀ ਇੰਨੀ ਜ਼ਿਆਦਾ ਗਿੱਠ-ਗਿੱਠ ਬੀਬਾ ਖੂਨ ਖਲਾਇਆ ਸੀ, 7 ਜੀਆਂ ਦਾ ਖੂਨ, ਗਿੱਠ-ਗਿੱਠ ਖੂਨ ਅਸੀਂ ਇੱਥੇ ਧਰੇਕ ਥੱਲੇ ਆਣ ਕੇ ਵੇਖਿਆ ਸੀ। ਸੋ ਇਹ ਤਾਂ ਹੌਂਸਲਾ ਪਤਾ ਨਹੀਂ ਪਰਿਵਾਰ ਵਾਲਿਆਂ ਦੇ ਵਿੱਚ ਕਿੱਥੋਂ ਆ, ਮੈਨੂੰ ਨਹੀਂ ਪਤਾ। ਵਾਹਿਗੁਰੂ ਨੇ ਇਹਨਾਂ ਨੂੰ ਹੌਂਸਲਾ ਦਿੱਤਾ ਕਿ ਇੰਨਾ ਖੁਦ ਅੱਖਾਂ ਨਾਲ 7 ਜੀਆਂ ਦੀਆਂ ਲਾਸ਼ਾਂ ਵੇਖਣ ਤੋਂ ਬਾਅਦ, ਇੰਨਾ ਦਰਦ ਸਹਿਣ ਤੋਂ ਬਾਅਦ ਵੀ ਐਡਾ ਹੌਂਸਲਾ ਰੱਖੀ ਫਿਰਦੇ ਨੇ ਕਿ ਅੱਜ ਤੱਕ ਉਹ ਘਰ ਸਾਂਭਿਆ ਹੋਇਆ, ਇੱਕ ਚੀਜ਼ ਵੀ ਛੇੜੀ ਨਹੀਂ ਉਸ ਘਰ ਦੀ। ਅੱਜ ਪੂਰਾ ਘਰ ਉਵੇਂ ਸਾਂਭਿਆ, ਗੋਲੀਆਂ ਦੇ ਨਿਸ਼ਾਨ ਉਵੇਂ ਨੇ। ਤੇ ਇਸ ਭੈਣ ਦਾ ਜਿਗਰ ਦੇਖੋ ਕਿ ਆਪਦੇ ਭਰਾ ਦੀ ਖੂਨ ਨਾਲ ਲਿਬੜੀ ਪੱਗ ਤੱਕ ਰੱਖੀ ਹੋਈ ਹੈ। ਆਓ ਦਿਖਾਉਂਦੇ ਹਾਂ ਤੁਹਾਨੂੰ, ਉਸ ਘਰ ਲੈ ਕੇ ਚੱਲਦੇ ਹਾਂ। ਸੋ ਅਸੀਂ ਹੁਣ ਘਰ ਆ ਗਏ ਆ, ਮਾਤਾ ਜੀ ਨੂੰ ਬਿਠਾਇਆ ਹੈਗਾ ਤੇ ਇਹ ਅੱਜ ਵੀ ਦੱਸਦੇ ਕਿ ਘਰ ਇੱਕ ਵੀ ਇੱਟ ਨਹੀਂ ਇਹਨਾਂ ਨੇ ਬਿਲਕੁਲ ਚੇਂਜ ਕੀਤੀ, ਉਵੇਂ ਦਾ ਉਵੇਂ ਸਾਰਾ ਘਰ ਰੱਖਿਆ ਹੈ। ਕਿਉਂਕਿ ਇਹਨਾਂ ਨੇ ਹਾਲੇ ਵੀ ਉਹ ਨਿਸ਼ਾਨੀ ਜਿਹੜੀ ਆ ਆਪਣੇ ਉਸ ਸਮੇਂ ਦੀ ਜਿਹੜੀ ਸਾਂਭ ਕੇ ਰੱਖੀ ਹੈ। ਤੇ ਹੁਣ ਅਸੀਂ ਬੈਠਾਂਗੇ, ਗੱਲਬਾਤ ਕਰਾਂਗੇ। ਮਾਤਾ ਜੀ ਹੋਣੀ ਤੇ ਅੰਕਲ ਜੀ ਪੱਗ ਕੱਢ ਕੇ ਲੈ ਕੇ ਆਏ ਆ ਉਸ ਵੇਲੇ ਦੀ। ਤੇ ਆ ਉਹੀ ਮੁੱਢ ਆ, ਮੈਨੂੰ ਲੱਗਦਾ ਕਿ ਉਹੀ ਸੰਗਲੀ ਇਹ ਉਹ ਸੰਗਲ ਆ ਮੇਰੇ ਭਾਈ ਸਾਹਿਬ ਦੀ ਪੱਗ ਏ ਜਿਹੜੀ ਸਕੂਲੋਂ ਬੱਧੀ ਸੀ ਉਸ ਦਿਨ। ਆ ਮੇਰੇ ਵੀਰ ਜੀ ਦਾ ਵੱਡੇ ਭਾਈ ਸਾਹਿਬ ਦਾ ਪਰਨਾ ਜਿਹੜਾ ਉਸ ਟਾਈਮ ਤੇ ਆ ਵੇਖੋ ਅਜੇ ਵੀ ਖੂਨ ਲੱਗਾ ਹੋਇਆ, ਜਿਹੜਾ ਉਸ ਟਾਈਮ ਤੇ ਸਿਰ ਤੇ ਸੀ ਉਹਨਾਂ ਦੇ। ਤੇ ਇਹ ਉਹਨਾਂ ਦੀ ਪੁਰਪੜੀ ਪਾਟੀ ਹੋਈ ਸੀ, ਕਿਤੇ ਕੰਧ ਨਾ ਮਾਰਿਆ ਤੇ ਉਸ ਟਾਈਮ ਤੇ ਪਰਨੇ ਨੂੰ ਖੂਨ ਲੱਗਾ ਹੋਇਆ। ਮੈਂ ਆਣ ਕੇ ਚੁੱਕਿਆ ਫਿਰ ਬਾਅਦ ਚ ਅਗਲੇ ਦਿਨ ਇਹ ਪਰਨਾ ਮੈਂ ਆਪਦੇ ਵੀਰ ਜੀ ਦਾ ਚੁੱਕਿਆ। ਪੱਗ ਮੇਰੇ ਵੀਰ ਜੀ ਦੀ, ਛੋਟਾ ਭਾਈ ਸਾਹਿਬ ਸੀ ਜਿਹੜਾ ਮੇਰਾ, ਉਹਦੀ ਪੱਗ ਵੱਜੀ ਪਈ ਸੀ ਥੜੇ ਦੇ ਉੱਤੇ। ਜਦੋਂ ਕਿਤੇ ਬਾਹਰ ਕੱਢ ਕੇ ਲਿਆਏ ਨੇ ਉਦੋਂ ਕਿਤੇ ਪੱਗ ਡਿੱਗ ਪਈ ਤੇ ਇਹ ਮੈਂ ਪੱਗ ਫਿਰ ਆਣ ਕੇ ਉਦੋਂ ਖੋਲ ਕੇ, ਉਦੋਂ ਤੋਂ ਵੱਜੀ ਸੀ ਫਿਰ ਮੈਂ ਖੋਲ ਕੇ ਰੱਖੀ ਹੋਈ। ਆ ਮੇਰੇ ਵੀਰ ਜੀ ਵੱਡੇ ਦਾ ਪਰਨਾ ਉਸ ਟਾਈਮ ਦਾ। ਆ ਮੇਰੀ ਮਾਤਾ ਦਾ ਜਿੰਦੇ ਨਾਲ ਫਾਹ ਦਿੱਤਾ ਹੈ ਇਸ ਅੰਕਲ ਦੇ ਨਾਲ। ਇਹ ਕੁੰਡੀਆਂ ਖੂਬੀਆਂ ਹੋਈਆਂ ਸੀ ਉਸ ਟਾਈਮ ਕੱਲ ਚ। ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਵਾਂਗੇ, ਇੰਨਾ ਲੰਬਾ ਚੌੜਾ ਜਿਹੜਾ ਲੈਟਰ ਹੈ ਇਹ ਉਸ ਵੇਲੇ ਬਣਾਇਆ ਗਿਆ ਝੂਠੇ ਮੁਕਾਬਲੇ ਦਾ। ਕਹਿੰਦੇ ਕਿ 4 ਘੰਟੇ ਮੁਕਾਬਲਾ ਚੱਲਿਆ ਸੀ। ਉਹ ਪਰਿਵਾਰ ਜੋ ਬਿਲਕੁਲ ਨਿਹੱਥਾ ਸੀ, ਉਹ ਪਰਿਵਾਰ ਜਿਨ੍ਹਾਂ ਦੀਆਂ ਔਰਤਾਂ ਸਿਰ ਕੱਜ ਕੇ ਤਾਂ ਬਾਹਰ ਨਿਕਲਦੀਆਂ ਸੀ ਔਰ ਕਦੀ ਕੁਝ ਬੋਲਦੀਆਂ ਵੀ ਨਹੀਂ ਸੀ। ਤੇ ਉੱਤੇ ਲਿਖਿਆ ਕਿ ਸ਼ਾਮ ਦੇ 5 ਵਜੇ ਅਸੀਂ ਉੱਥੇ ਪੁੱਜੇ ਸੀ ਢਾਣੀ ਤੇ ਅਸੀਂ ਸਾਰਾ ਕੁਝ ਉੱਥੇ ਦੇਖਿਆ ਤੇ ਇੰਨੇ 4 ਘੰਟੇ ਮੁਕਾਬਲਾ ਚੱਲਿਆ ਤੇ ਹਰ ਇੱਕ ਚੀਜ਼ ਜਿਹੜੀ ਹੈ ਲਿਖੀ ਗਈ ਹੈ ਕਿ ਕਿਸ ਤਰੀਕੇ ਨਾਲ ਗਿਆ ਸੀ। ਇੰਨੀ ਲੰਬਾ ਚੌੜੇ ਲੈਟਰ ਦੇ ਵਿੱਚ ਉਹਨਾਂ ਨੇ ਇਸ ਨੂੰ ਫਰਜ਼ੀ ਐਨਕਾਊਂਟਰ ਦਾ ਜਿਹੜਾ ਨਾਮ ਹੈ ਦਿੱਤਾ ਹੈ। ਜਿੰਨੀਆਂ ਹੁਣ ਤੱਕ ਸਟੋਰੀਆਂ ਕਰਕੇ ਆਇਆ, ਜਿੰਨੇ ਵੀ ਪਰਿਵਾਰਾਂ ਦੇ ਨਾਲ ਮਿਲ ਕੇ ਆਇਆ, ਤੇ ਸਾਰੇ ਫਰਜ਼ੀ ਐਨਕਾਊਂਟਰ ਹਾਲ ਤੱਕ ਦੱਸਿਆ। ਇੰਨੇ ਵੀ ਅੱਤਵਾਦੀ ਕਿੱਥੋਂ ਪੰਜਾਬ ਦੇ ਘਰਾਂ 'ਚ, ਉਹਨਾਂ ਛੋਟੇ ਛੋਟੇ ਪਰਿਵਾਰਾਂ 'ਚ, ਭੋਲੇ ਭਾਲੇ ਪਿੰਡਾਂ ਦੇ ਲੋਕਾਂ 'ਚ ਕਿੱਥੋਂ ਪੈਦਾ ਹੋ ਗਏ ਕਿ ਸਾਰੇ ਮੁੰਡੇ ਚੱਕ ਚੱਕ ਕੇ ਮਾਰੇ ਗਏ। ਕਿੰਨੇ ਪਰਿਵਾਰਾਂ ਦੇ ਨਾਲ ਹੁਣ ਤੱਕ ਤੁਹਾਨੂੰ ਮਿਲਾ ਚੁੱਕੇ ਆ।
ਔਰ ਹੁਣ ਇੱਕ ਇਹ ਪਰਿਵਾਰ ਹੈ ਕਿ ਕਿੰਨਾ ਵੱਡਾ ਦੁੱਖ ਲੈ ਕੇ ਬੈਠਾ। ਅੰਕਲ ਜੀ, ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਤੁਸੀਂ ਜ਼ਰੂਰ ਇੱਥੇ ਆਇਓ ਇੱਕ ਵਾਰ। ਤੇ ਉਸ ਤੋਂ ਬਾਅਦ 2 ਸਾਲ ਬਾਅਦ ਇਹਨਾਂ ਨੂੰ ਹਮਸਫਰ ਮਿਲਦੇ ਨੇ। ਤਾਂ ਅੰਕਲ, ਜਦੋਂ ਤੁਹਾਨੂੰ ਪਤਾ ਲੱਗਾ ਕਿ ਪਰਿਵਾਰ ਤੇ ਇੰਨਾ ਤਸ਼ੱਦਦ ਢਾਇਆ ਗਿਆ, ਦਾਦਾ ਜੀ ਤੇ ਮਾਤਾ ਜੀ ਬਚੇ ਸੀ, ਤੇ ਕਈ ਲੋਕ ਡਰ ਜਾਂਦੇ ਨੇ ਕਿ ਅਸੀਂ ਪਰਿਵਾਰ ਨਾਲ ਸੰਬੰਧ ਨਹੀਂ ਰੱਖਣਾ ਹੈਗਾ, ਤੇ ਫਿਰ ਤੁਹਾਨੂੰ ਰਿਸ਼ਤਾ ਮਨਜ਼ੂਰ ਹੋਇਆ ਸੀ? ਹਾਂਜੀ, ਸਾਡੀ ਜੀ ਮਨਜ਼ੂਰ ਤਾਂ ਹੋ ਗਿਆ। ਸਾਡੀ ਪਹਿਲੋਂ ਰਿਸ਼ਤੇਦਾਰੀ ਹੈਗੀ ਸੀ ਉਹਨਾਂ ਨਾਲ। ਮੇਰੀਆਂ ਜਿਹੜੀਆਂ ਦੀ ਮਾਸੀ ਸੀ, ਮੇਰੀਆਂ ਭੂਆ ਸੀ ਉਹਦੀਆਂ ਨਵਾਂ। ਇਸ ਗੱਲ ਤੋਂ ਪਹਿਲਾਂ ਸਾਡਾ ਆਉਣ ਜਾਣਾ ਹੈਗਾ ਸੀਗਾ। ਤੇ ਫਿਰ ਜਦੋਂ ਫਿਰ ਮਜਬੂਰੀ ਤੌਰ ਤੇ ਬਹਿਣਾ ਹੀ ਪੈਣਾ ਸੀ, ਰਿਸ਼ਤੇ ਦੇ ਕੰਮ ਹੋ ਗਿਆ ਵਿੱਚ। ਇਹਨਾਂ ਦੇ ਮਾਸੜ ਜੀ ਨੇ ਵਿੱਚ ਰਿਸ਼ਤਾ ਕਰਾਤਾ ਸਾਡਾ। ਫਿਰ ਪਹਿਲੋਂ ਆਇਆ ਤਾਂ ਮੁੜ ਕੇ ਖੌਫ ਜਿਹਾ ਲੱਗਦਾ ਸੀ, ਪਰ ਮੁੜ ਕੇ ਫਿਰ ਨਹੀਂ। ਫਿਰ ਜਿਵੇਂ ਮੈਂ ਇਹ ਰਹਿਣ ਲੱਗ ਪਿਆ, ਉਵੇਂ ਮੈਂ ਰਹਿਣ ਲੱਗ ਪਿਆ। ਮੁੜ ਕੋਈ ਮਹਿਸੂਸ ਨਹੀਂ ਹੋਇਆ। ਬਹੁਤ ਕੁਝ ਸਿਆ ਇਹਨਾਂ ਨੇ, ਅੱਜ ਵੀ ਮਤਲਬ ਕੰਬਦੇ ਨੇ, ਕਹਿੰਦੇ ਕਿ ਨੀਂਦ ਨਹੀਂ ਆਉਂਦੀ 2-3 ਦਿਨ ਜੋ ਮੈਂ ਯਾਦ ਕਰ। ਜੀ ਜਦੋਂ ਇਤਨਾ ਭੈਣ ਭਰਾ ਦਾ ਇੰਟਰਵਿਊ ਕਰ ਲੈਂਦੇ ਆ, ਮੁੜ ਕੇ ਹਫਤਾ ਉੱਠਦੇ ਨਹੀਂ, ਮੁੜ ਕੇ ਟੀਕੇ ਦਵਾਈ ਦਵਾ ਕੇ ਫਿਰ ਉਠਾਉਣਾ ਪੈਂਦਾ ਇਹਨਾਂ ਨੂੰ। ਸਾਨੂੰ ਮੁੜ ਕੇ ਰੋਟੀ ਤੋਂ ਵੀ ਸਾਨੂੰ ਤੰਗੀ ਹੋ ਜਾਂਦੀ ਮੁੜ ਕੇ ਬਾਅਦ ਦੇ ਵਿੱਚ। ਬਹੁਤ ਜ਼ਿਆਦਾ ਟੈਨਸ਼ਨ ਲੈਂਦੇ, ਸੀਰੀਅਸ ਹੋ ਜਾਂਦੇ ਮੁੜ ਕੇ ਜ਼ਿਆਦਾ। ਹੁਣ ਤੁਸੀਂ ਘਰ 'ਚ ਸਿਰਫ 2 ਜਣੇ ਰਹਿੰਦੇ ਹੋ? 2 ਜਣੇ ਜੀ, ਦੋਨੇ ਜੀ ਅਸੀਂ ਹਾਂ ਤੇ ਇੱਕ ਸਾਡਾ ਬਜ਼ੁਰਗ ਬਾਪ, ਉਹ ਲਾਚਾਰ ਪਿਆ ਮੰਜੇ ਤੇ। ਬਿਲਕੁਲ ਮਾਂ ਤੇ ਬੇਟਾ ਸਾਡਾ ਪੜ੍ਹਦਾ ਬਸ। ਤੇ ਜਿਹੜਾ ਤੁਸੀਂ ਘਰ ਸੰਭਿਆ ਹੋਇਆ, ਆਮ ਤੌਰ ਤੇ ਕਈਆਂ ਨੇ ਤਾਂ ਨਿਸ਼ਾਨੀਆਂ ਰੱਖੀਆਂ ਨਹੀਂ ਹੈ, ਕਹਿੰਦੇ ਕਿ ਸਾਨੂੰ ਜਦ ਯਾਦ ਆਉਂਦੀਆਂ ਨੇ ਦਿਲ ਨੂੰ ਹੌਲ ਜਿਹੇ ਪੈਂਦੇ ਨੇ, ਅਸੀਂ ਇਸ ਕਰਕੇ ਉਹਨਾਂ ਨੂੰ ਮਿਟਾ ਦਿੱਤਾ ਹੈ। ਤਾਂ ਪਰ ਤੁਸੀਂ ਉਹ ਸਾਰੇ 3 ਕਮਰੇ ਉਵੇਂ, ਇੱਕ ਕਿਚਨ ਸੀ, ਉਹ ਹਰ ਚੀਜ਼ ਲੁੱਕ ਤੱਕ ਤੁਹਾਡੇ ਕੋਲੇ, ਪੱਗਾਂ ਤੱਕ, ਉਹ ਹਰ ਚੀਜ਼ ਪਈ ਹੋਈ ਆ, ਤਾਂ ਉਹਨੂੰ ਤੁਸੀਂ ਸਾਂਭਿਆ ਹੋਇਆ ਆ? ਇੱਕ ਇਤਿਹਾਸ ਰੱਖਿਆ ਹੋਇਆ ਵੀ ਆਉਣ ਵਾਲੇ ਪੀੜ੍ਹੀਆਂ ਗਾਂ ਸਾਡੇ ਬੱਚੇ ਵੇਖਣ ਦੇ, ਗਾਂ ਉਹਨਾਂ ਦੇ ਬੱਚੇ ਵੇਖਣ ਦੇ ਸਾਡਾ ਪਿੱਛੋਂ ਕੀ ਸਿੱਖਾਣਾ ਕਹਿਰ ਬੱਚਿਆਂ ਤੇ ਕੀ ਕੁਛ ਹੋਇਆ। ਤੁਹਾਨੂੰ ਲੱਗਦਾ ਕਿ ਸ਼ਾਇਦ ਉਸ ਵੇਲੇ ਦੇ ਜਿਹੜੇ ਅੱਜ ਤਾਂ ਅਸੀਂ ਆਪਣੇ ਹੱਕਾਂ ਦੇ ਲਈ ਲੜਦੇ ਹਾਂ, ਉਸ ਟਾਈਮ ਖੜੇ ਹੋ ਜਾਂਦੇ ਹਾਂ ਕਿ ਸਾਡੇ ਤੇ ਕੋਈ ਭੀੜ ਪੈਂਦੀ ਹੈ ਤਾਂ ਅਸੀਂ ਸਰਕਾਰ ਨਾਲ ਮੱਥਾ ਢਾ ਲੈਂਦੇ ਹਾਂ, ਪਰ ਉਦੋਂ ਦੇ ਲੋਕ ਸੱਚੀ ਇੰਨੇ ਭੋਲੇ ਸੀ ਕਿ ਕਿਸੇ ਨੇ ਆਵਾਜ਼ ਤੱਕ ਨਹੀਂ ਚੱਕੀ? ਨਹੀਂ ਜੀ, ਉਦੋਂ ਕਿਸੇ ਨੂੰ ਪਤਾ ਹੀ ਨਹੀਂ ਸੀ ਗੱਲ ਬਾਰੇ ਵੀ ਆਹ ਕੁਝ ਸਿੱਖਾਂ ਨਾਲ ਹੁੰਦਿਆ ਤੇ ਸਾਨੂੰ ਬੋਲਣਾ ਚਾਹੀਦਾ। ਹੁਣ ਸਭ ਦੀ ਅੱਖਾਂ ਹੁਗੜੀਆਂ ਤੇ ਸਿੱਖਾਂ ਦਾ ਧੱਕਾ ਬਹੁਤ ਜ਼ਿਆਦਾ ਹੋ ਰਿਹਾ, ਸਭ ਤੋਂ ਜ਼ਿਆਦਾ ਹੋ ਰਿਹਾ। ਹੁਣ ਤਾਂ ਸੋਸ਼ਲ ਮੀਡੀਆ ਵੀ ਆ ਗਿਆ। ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਜੀ, ਉਸ ਕਰਕੇ ਥੋੜਾ ਨਾ ਬੰਦੇ ਦਾ ਰੂਪੀ ਖੁੱਲ੍ਹ ਗਈ ਥੋੜੀ ਜੀ, ਜਿਵੇਂ ਅੱਖਾਂ ਖੁੱਲ੍ਹਣ ਗੱਲ ਬਣ ਗਈ ਆ। ਉਸ ਕਰਕੇ ਅਸੀਂ ਫਿਰ ਸਾਨੂੰ ਬੜੇ ਲੋਕ ਆਉਂਦੇ ਨੇ ਵੀ ਤੁਸੀਂ ਘਰ ਢਾਹ ਦਿਓ, ਵੀ ਤੁਹਾਨੂੰ ਬਿਮਾਰ ਰਹਿੰਦੇ ਆ, ਇਸ ਕਰਕੇ ਸਾਲ ਸਾਹਮਣੇ ਰਹਿੰਦਾ, ਪਰ ਅਸੀਂ ਨਹੀਂ ਢਾਉਣਾ। ਬੜੇ ਲੋਕੀ ਭੈਣ ਭਰਾ ਪਾਸੇ ਆਉਂਦੇ ਵੀ ਅਸੀਂ ਫਿਰ ਨਹੀਂ, ਇਤਿਹਾਸ ਰੱਖਣਾ ਹੈ, ਅਸੀਂ ਸਾਂਭ ਕੇ ਰੱਖਿਆ ਆਪਦਾ। ਤੁਸੀਂ ਮਾਤਾ ਜੀ ਕੁਝ ਕਹਿਣਾ ਚਾਹੁੰਦੇ ਹੋ ਜਾਂ ਕੋਈ ਤੁਹਾਡੀ ਕਿਸੇ ਤੋਂ ਮੰਗ ਹੈਗੀ ਹੈ ਕੁਝ? ਨਾ ਜੀ, ਕੋਈ ਮੰਗ ਨਹੀਂ। ਸਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ, ਤੇ ਸਾਡੇ ਕੋਲ ਤਾਂ ਪ੍ਰਮਾਤਮਾ ਨੇ ਬੇਟਾ ਵੀ ਦਿੱਤਾ ਹੈ, ਜਾਇਦਾਦ ਵੀ ਹੈ। ਜਿਹੜਾ ਪਰਿਵਾਰ ਚਲਾ ਗਿਆ ਬਸ ਇਹੀ ਘਾਟਾ ਨਹੀਂ ਪੂਰਾ ਹੁੰਦਾ। ਇੱਕ ਇਹੋ ਹੀ ਹੈ ਵੀ ਭਾਈ ਸਾਹਿਬ ਜਿਹੜੇ, ਉਹਨਾਂ ਦੇ ਵਿੱਚੋਂ ਇੱਕ ਹੀ ਬਚਦਾ। ਤੇ ਜੇ ਪੁਲਿਸ ਨੇ ਕੁਝ ਕਰਨਾ ਸੀ ਤੇ ਸਾਨੂੰ ਅਸੀਂ ਆਣੇ ਵੀ ਮੇਰੇ ਭਰਾ, ਮੈਂ ਨਹੀਂ ਚਾਹੁੰਦੀ ਸੀ ਵੀ ਮੇਰੇ ਭਰਾ ਹਥਿਆਰ ਹੀ ਚੁੱਕ ਲੈਂਦੇ, ਫਿਰ ਕਿਸੇ ਨੂੰ ਮਾਰ ਕੇ ਤਾਂ ਜਾਂਦੇ। ਇਹ ਗਿਲਾ ਵੀ ਉਹਨਾਂ ਨੇ ਤਾਂ ਕਿਸੇ ਮਾੜਾ ਵੀ ਨਹੀਂ ਕੀਤਾ, ਤੇ ਜਿਹੜਾ ਉਹਨਾਂ ਦੇ ਨਾਲ ਇੰਨਾ ਅਤਿਆਚਾਰ ਹੋਇਆ, ਇੰਨਾ ਕੁਛ ਹੋਇਆ, ਵੀ ਉਹ ਹਥਿਆਰ ਵੀ ਪਾਏ। ਤੇ ਜੇ ਹਥਿਆਰ ਪਾਉਣੇ ਸੀ ਫਿਰ ਮੇਰੇ ਭਰਾ ਹਥਿਆਰ ਫੜਦੇ। ਪੁਲਿਸ ਆਉਂਦੀ ਹੁਣ ਵੀ ਆਉਂਦੀ ਹੈ? ਹੁਣ ਵੀ ਬੀਬਾ, ਜੇ ਕੋਈ ਕਿਸੇ ਦਾ ਕੋਈ ਵੱਟ ਬੰਨੇ ਦਾ ਜਾਂ ਕਿਸੇ ਤਰ੍ਹਾਂ ਕੋਈ ਹੁੰਦਾ ਕੋਈ ਗੱਲ, ਤਾਂ ਅੱਜ ਵੀ ਉਸੇ ਨਜ਼ਰੀਏ ਨਾਲ ਸਾਨੂੰ ਪੁਲਿਸ ਵੇਂਦੀ। ਹਾਂਜੀ, ਅੱਜ ਵੀ ਜਿਵੇਂ ਐ ਉਹ ਸਮਝਦੇ ਨੇ ਵੀ ਜਿਵੇਂ ਅੱਜ ਵੀ ਇਹ ਪਰਿਵਾਰ ਜਿਹੜਾ ਹੈ ਵੀ ਅੱਜ ਵੀ ਇਹ ਉਹ ਖੜਕੂ ਆਦੀ ਹੈ, ਅੱਜ ਵੀ ਸਾਨੂੰ ਉਸੇ ਨਜ਼ਰੀਏ ਨਾਲ ਵੇਂਦੀ ਪੁਲਿਸ। ਤੇ ਜੇ ਅਸੀਂ ਕੋਈ ਥਾਣੇ ਸਾਡੀ ਗੱਲ ਹੁੰਦੀ ਹੈ ਤੇ ਸਾਡੀ ਸੁਣਾਈ ਨਹੀਂ ਹੁੰਦੀ। ਜਿਹੜਾ ਕੋਈ ਹੋਰ ਵਿਰੋਧੀ ਧਿਰ ਦਾ ਬੰਦਾ ਹੋਵੇਗਾ ਉਹਦੀ ਸੁਣਾਈ ਹੋਵੇਗੀ ਤੇ ਸਾਡੀ ਨਹੀਂ ਹੋਣੀ। ਸਾਨੂੰ ਪੁਲਿਸ ਅੱਜ ਵੀ ਉਸੇ ਨਜ਼ਰੀਏ ਨਾਲ ਵੇਂਦੀ। ਤੁਹਾਨੂੰ ਇਨਸਾਫ ਤਾਂ ਨਹੀਂ ਮਿਲਿਆ, ਤੁਸੀਂ ਅੱਜ ਵੀ ਉਹ ਦਰਦ ਆਪਣੇ ਸੀਨੇ 'ਚ ਲੁਕੋ ਕੇ ਰੱਖਿਆ ਹੋਇਆ ਹੈ ਨਾ, ਜਦੋਂ ਕਦੇ ਤੁਹਾਨੂੰ ਯਾਦ ਆਉਂਦਾ ਤੁਸੀਂ ਆਪੇ ਰੋ ਲੈਂਦੇ ਹੋਵੋਗੇ, ਪਰ ਤੁਹਾਨੂੰ ਲੱਗਦਾ ਕਿ ਉਹ ਉੱਤੇ ਵਾਲੇ ਦੀ ਦਰਗਾਹ ਦੇ ਵਿੱਚ ਤਾਂ ਇਨਸਾਫ ਹੈਗਾ ਹੈ? ਹਾਂਜੀ, ਬਿਲਕੁਲ ਹੈ, ਮਿਲੇਗਾ। ਪਰ ਉਹ ਪਰਮਾਤਮਾ ਦੇ ਅੱਗੇ ਬੇਨਤੀ ਹੈ ਵੀ ਇੰਨੀ ਦੇਰੀ ਨਾ ਕਰੀ ਵੀ ਜਿਹੜਾ ਅਸੀਂ ਦੁਨੀਆ ਤੋਂ ਇਨਸਾਫ ਲੈ ਤੋਂ ਬਗੈਰ ਹੀ ਚਲੇ ਜਾਈਏ। ਸਰਕਾਰ ਕੋਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ, ਨਾ ਮਿਲਿਆ, ਨਾ ਅੱਜ ਤੱਕ ਸਾਨੂੰ ਕੋਈ ਮਿਲਣ ਦੀ ਆਸ ਹੈ, ਕਿ ਨਹੀਂ ਮਿਲੇਗਾ। ਸੋ ਮਾਤਾ ਜੀ, ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ। ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਇੱਕ ਬੇਟੇ ਇਹ ਆ ਵੀ ਜਿਹੜਾ ਸਾਡੇ ਤੇ ਬੜੇ ਦੋਸ਼ ਲਾਏ ਆ ਕਈਆਂ ਪਰਿਵਾਰਾਂ ਨੇ ਜਾਂ ਕਈਆਂ ਲੋਕਾਂ ਨੇ ਲਾਏ ਨੇ ਵੀ ਤੁਹਾਨੂੰ ਬਹੁਤ ਪੈਸਾ ਮਿਲਦਾ ਬਾਹਰੋਂ। ਅੱਜ ਤੱਕ ਅਸੀਂ ਇਹ ਤੁਹਾਡੇ ਚੈਨਲ ਜਰੀਏ ਅਸੀਂ ਇਹ ਆਖਣਾ ਚਾਹੁੰਦੇ ਹਾਂ ਵੀ ਜੇ ਕਿਤੇ 5 ਪੈਸੇ ਸਾਡੇ ਸਾਬਤ ਕਰ ਦੇਣ ਕੋਈ, ਜਾਂ ਜਿਹੜੇ ਪਰਿਵਾਰ ਸਾਡੇ ਤੇ ਦੋਸ਼ ਲਾਉਂਦੇ ਨੇ ਉਹ ਸਾਬਤ ਕਰਨ, ਤੇ ਜਾਂ ਫਿਰ
ਉਹ ਸਾਨੂੰ ਫਿਰ ਦੇਣ, ਫਿਰ ਕਿੱਥੋਂ ਪੈਸੇ ਕਿੱਥੇ ਆਏ ਸਾਬਤ ਤਾਂ ਕਰਨ ਵੀ ਕਿੱਥੋਂ ਮਿਲੇ ਤੇ ਕਿੰਨੇ ਦਿੱਤੇ। ਅਸੀਂ ਤਾਂ ਤੁਹਾਡੇ ਚੈਨਲ ਜਰੀਏ ਇਹ ਆਣੇ ਆ ਵੀ ਨਾ ਅਸਾਂ ਅਸੀਂ ਲਏ ਨੇ ਅੱਜ ਤੱਕ 5 ਪੈਸੇ ਵੀ ਨਹੀਂ ਲਏ ਤੇ ਨਾ ਅਸੀਂ ਲੈਣੇ ਚਾਹੁੰਦੇ ਆ। ਜਿਹੜੇ ਕੋਈ ਸੇਵਾ ਕਰਦੇ ਨੇ ਲੋਕ, ਅਸੀਂ ਉਹਨਾਂ ਨੂੰ ਆਣੇ ਵੀ ਜੇ ਜਿਹਨੂੰ ਦੇਣੇ ਨੇ ਅੱਖਾਂ ਮੀਟ ਕੇ ਨਾ ਦਿਓ, ਉਹਨਾਂ ਦੇ ਪਹਿਲਾਂ ਵੇਖੋ ਵੀ ਇਹ ਪਰਿਵਾਰ ਜ਼ਰੂਰਤਮੰਦ ਹੈ ਆ ਕਿ ਨਹੀਂ। ਜਿਹੜੇ ਜ਼ਰੂਰਤਮੰਦ ਪਰਿਵਾਰ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ ਸਹਾਇਤਾ ਦੀ ਹੁੰਦੀ, ਉਹਨਾਂ ਦੀ ਕਰੋ, ਜਿਨ੍ਹਾਂ ਨੂੰ ਨਹੀਂ ਲੋੜ ਉਹਨਾਂ ਦੀ ਕੋਈ ਸਹਾਇਤਾ ਨਾ ਕਰੋ। ਸੋ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਸ ਪਰਿਵਾਰ ਨੇ ਅੱਜ ਤੱਕ 1 ਰੁਪਇਆ ਵੀ ਨਹੀਂ ਲਿਆ, ਜਿਸ ਪਰਿਵਾਰ ਦੇ ਉੱਪਰ ਇੰਨਾ ਤਸ਼ੱਦਦ ਢਾਇਆ ਗਿਆ, ਜਿਸ ਨੂੰ ਪੈਸੇ ਦੀ ਲੋੜ ਨਹੀਂ ਹੈ। ਇਹ ਲੋੜ ਕਾਹਦੀ ਇਹਨਾਂ ਨੂੰ? ਇੱਕ ਤੁਹਾਡੇ ਪਿਆਰ ਦੀ, ਤੁਹਾਡੇ ਸਾਥ ਦੀ ਲੋੜ ਹੈ। ਇਹਨੂੰ ਪੈਸੇ ਦੀ ਲੋੜ ਨਹੀਂ ਹੈ। ਅੰਕਲ ਦੱਸ ਰਹੇ ਸੀ ਕਿ ਉਹਨਾਂ ਦੇ ਕੋਲ ਵਧੀਆ 18 ਕਿੱਲੇ ਜ਼ਮੀਨ ਵੀ ਹੈਗੀ ਹੈ, ਉਹਨਾਂ ਦਾ ਬੇਟਾ ਵੀ ਹੈ, ਵਧੀਆ ਪੜ੍ਹਦਾ ਹੈ, ਚੰਗੇ ਕਾਲਜਾਂ ਦੇ ਵਿੱਚ ਪੜ੍ਹ ਰਿਹਾ ਹੈ, ਘਰ ਸਭ ਕੁਛ ਖੜਾ, ਕਿਸੇ ਚੀਜ਼ ਦੀ ਘਾਟ ਨਹੀਂ ਹੈ। ਤਾਂ ਇਹ ਕਹਿੰਦੇ ਨੇ ਕਿ ਸਾਨੂੰ ਪੈਸਾ ਨਹੀਂ ਚਾਹੀਦਾ, ਬਸ ਸਾਡੇ ਤੇ ਇਲਜ਼ਾਮ ਲਗਾਉਣੇ ਜਿਹੜੇ ਬੰਦ ਕਰ ਦਿਓ, ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਦੇ। ਹਾਲਾਂਕਿ ਬਹੁਤ ਸਾਰੇ ਜਿਹੜੇ ਪਰਿਵਾਰ ਜ਼ਰੂਰਤਮੰਦ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਪੈਸਾ ਦਿਓ, ਵੀ ਚੰਗੀ ਤਰ੍ਹਾਂ ਪੜਤਾਲ ਕਰਕੇ, ਕਿਉਂਕਿ ਸਾਡੇ NRI ਜਿਹੜੇ ਭਰਾ ਹੁੰਦੇ ਨੇ ਅਕਸਰ ਉਹ ਕਹਿੰਦੇ ਨੇ ਕਿ ਚਲੋ ਪਰਿਵਾਰ ਨੂੰ ਲੋੜ ਹੈਗੀ ਹੈ, ਅਸੀਂ ਕੁਛ ਨਾ ਕੁਛ ਉਹਨਾਂ ਨੂੰ ਦੇ ਦਿੰਦੇ ਹਾਂ, ਮਦਦ ਹੋ ਜਾਏਗੀ। ਪਰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਪਿੱਛੇ ਕੋਈ ਹੋਰ ਬੈਠਾ ਹੋਇਆ, ਉਹ ਪੈਸੇ ਹੜਪ ਰਿਹਾ, ਜਿਹਨੂੰ ਲੋੜ ਹੁੰਦੀ ਉਹਦੇ ਤੱਕ ਪਹੁੰਚਦੇ ਹੀ ਨਹੀਂ ਹੈ। ਪਰ ਇਸ ਪਰਿਵਾਰ ਨੇ ਕਿ ਅੱਜ ਤੱਕ ਕੋਈ ਪੈਸਾ ਜਿਹੜਾ ਉਹ ਨਹੀਂ ਖਾਦਾ ਹੈ। ਮਾਤਾ ਜੀ ਕਹਿੰਦੇ ਨੇ ਕਿ ਸਾਡੇ ਤੇ ਜਿਹੜਾ ਇਲਜ਼ਾਮ ਲਗਾਉਣੇ ਬੰਦ ਕਰ ਦੇਣ। ਤਾਂ ਇਸ ਇੰਟਰਵਿਊ ਨੂੰ ਜ਼ਰੂਰ ਸ਼ੇਅਰ ਕਰਿਓ, ਹਰ ਘਰ ਤੱਕ ਜ਼ਰੂਰ ਪਹੁੰਚਾਇਓ ਕਿਸ ਤਰੀਕੇ ਨਾਲ ਅੱਜ ਵੀ ਵੱਡਾ ਜਿਹੜਾ ਦਰਦ ਸਾਂਭੀ ਬੈਠਾ ਹੈ। ਸਹਿਯੋਗੀ ਸਾਥੀ ਗੁਰਸ਼ਰਨਦੀਪ ਚੀਮਾ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।